ਹਾਂਜੀ, ਸਵਾਗਤ ਹੈ ਜੀ ਜਨਮ ਸਾਖੀਆਂ ਦੀ ਪੜਚੋਲ ਦੇ ਭਾਗ ਤੀਜਾ ਦੇ ਵਿੱਚ। ਔਰ ਸਰੋਤਿਓ, ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਮੌਜੂਦ ਨੇ ਸਰਦਾਰ ਇੰਦਰ ਸਿੰਘ ਜੀ ਘੱਗਾ, ਜਿਨ੍ਹਾਂ ਨਾਲ ਆਪਾਂ ਪਿਛਲੇ ਸਮੇਂ ਤੋਂ ਕਾਫੀ ਗੁਰਮਤ ਦੇ ਬਾਰੇ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੇ ਵਿਚਾਰ ਪ੍ਰਾਪਤ ਕਰ ਰਹੇ ਹਾਂ ਔਰ ਸੰਗਤਾਂ ਵੱਲੋਂ ਬਹੁਤ ਚੰਗਾ ਹੁੰਗਾਰਾ ਵੀ ਮਿਲ ਰਿਹਾ। ਔਰ ਅਸੀਂ ਇਹ ਵੀ ਵੇਖਿਆ ਕਿ ਇੱਕ ਜਿਵੇਂ ਗੁਰੂ ਨਾਨਕ ਦੀ ਸੋਚ ਸੀ, ਜਿਹੜੀ ਗੁਰੂ ਨਾਨਕ ਦਾ ਆਦਰਸ਼ ਸੀ, ਜਿਹੜਾ ਜਿਹਦੇ ਕਰਕੇ ਉਹ ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਣੀ ਚਾਹੁੰਦੇ ਸੀ, ਉਹਨਾਂ ਨੇ ਵਿਸ਼ੇਸ਼ ਪੱਧਰ ਤੇ ਚੰਗੇ ਹੰਭਲੇ ਮਾਰ ਕੇ ਸਾਡੇ ਤੱਕ ਜਿਹੜਾ ਬਾਣੀ ਦੇ ਰੂਪ ਦੇ ਵਿੱਚ ਉਹ ਸੱਚ ਦਾ ਗਿਆਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਰ ਬਾਬਾ ਨਾਨਕ ਜੀ ਦੇ ਨਾਮ ਦੇ ਹੇਠ ਵੀ ਬਹੁਤ ਸਾਰੀਆਂ ਜਿਹੜੀਆਂ ਸਾਖੀਆਂ ਸਨ, ਉਹ ਉਹਨਾਂ ਦੇ ਮੂੰਹ ਵਿੱਚ ਜਾਂ ਉਹਨਾਂ ਦੇ ਜੀਵਨ ਦੇ ਨਾਲ ਜੋੜ ਕੇ ਉਹ ਗੰਧਲੇ ਜੇ ਰੂਪ ਦੇ ਵਿੱਚ ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹਦੇ ਨਾਲ ਗੁਰੂ ਨਾਨਕ ਦਾ ਅਸਲੀ ਸਰੂਪ ਵਿਗਾੜਿਆ ਗਿਆ ਔਰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦੇ ਸੱਚ ਦੇ ਗਿਆਨ ਨੂੰ ਕਿਤੇ ਨਾ ਕਿਤੇ ਕੱਚ ਦਾ ਗਿਆਨ ਬਣਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਔਰ ਆਓ ਫਿਰ ਆਪਾਂ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ, ਸਮੇਂ ਦੀ ਜ਼ਿਆਦਾ ਆਪਣੇ ਉਹਨੂੰ ਬਚਤ ਕਰਦਿਆਂ ਹੋਇਆਂ ਆਓ ਫਤਿਹ ਨਾਲ ਸਾਂਝ ਕਰੀਏ। ਹਾਂਜੀ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਪੂ ਜੀ, ਸਵਾਗਤ ਹੈ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਇਹ ਬਾਲੇ ਵਾਲੀ ਜਨਮ ਸਾਖੀ ਦੇ ਬਾਰੇ ਦੇ ਵਿੱਚ। ਔਰ ਇਹਦੇ ਵਿੱਚ ਜੋ 1896 ਤੱਕ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੀਆਂ ਪਰਚੀਆਂ ਸ਼੍ਰੀ ਹੰਧਾਲ ਦੇ ਨਾਮ ਤੇ ਇਹ ਸ਼ਬਦੀ ਆਈ ਹੈ ਉਦੋਂ ਤੱਕ, ਪਰ ਕੁਝ ਸਮੇਂ ਬਾਅਦ ਇਹਨੂੰ ਉਸ ਤੋਂ ਬਾਅਦ ਇਹਦੀ ਛਪਾਈ ਦੇ ਵਿੱਚ ਜਿਵੇਂ ਵਾਰ-ਵਾਰ ਕਿਸੇ ਨਾ ਕਿਸੇ ਦੇ ਪ੍ਰਿੰਟ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ, ਤਾਂ ਇਹਦੇ ਵਿੱਚ ਬਾਅਦ ਐਸਾ ਕੀ ਹੋਇਆ ਕਿ ਇਹ ਬਾਲੇ ਵਾਲੀ ਜਨਮ ਸਾਖੀ ਦਾ ਅਸਲੀ ਸੱਚ ਉਹ ਕਿਹੜਾ ਹੈ ਕਿ ਬਾਅਦ ਵਿੱਚ ਉਹ ਸਰੂਪ ਬਦਲਦਾ ਗਿਆ। ਪਹਿਲਾਂ ਉਹਦਾ ਟਾਈਟਲ ਕੁਝ ਹੋਰ ਸੀ, ਬਾਅਦ ਵਿੱਚ ਹੋਰ ਕਰ ਦਿੱਤਾ ਗਿਆ। 1896 ਤੋਂ ਬਾਅਦ ਹੀ ਏਦਾਂ ਕਿਉਂ ਵਰਤਦਾ ਹੈ, ਕੀ ਹੋ ਗਿਆ, ਅਜਿਹੀ ਗੱਲ ਕੀ ਹੈ? ਇਹਦਾ ਵੱਡਾ ਕਾਰਨ ਇਹ ਹੈ ਕਿ ਸਿੱਖਾਂ ਦੇ ਵਿੱਚ ਪੜ੍ਹਾਈ ਲਿਖਾਈ ਦਾ ਬਹੁਤਾ ਰੁਝਾਨ ਨਹੀਂ ਬਣ ਸਕਿਆ, ਕਿਉਂਕਿ ਲੰਮਾ ਸਮਾਂ ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੇ ਵਿੱਚ ਹੀ ਲਾ ਲਓ, ਉਸ ਤੋਂ ਬਾਅਦ ਮਿਸਲਾਂ ਦਾ ਸਾਰਾ ਸਮਾਂ, ਬੰਦਾ ਸਿੰਘ ਬਹਾਦਰ ਦਾ ਸਮਾਂ, ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੀ ਆਪਣੇ ਰਾਜ ਨੂੰ ਪੱਕੇ ਪੈਰੀ ਕਰਨ ਵਾਸਤੇ ਜਿਹੜੇ ਕਿ ਲੋਕ ਬਹੁਤ ਦੇਰ ਤੋਂ ਸਥਾਪਿਤ ਸੀ, ਉਹਨਾਂ ਨੂੰ ਜੜ੍ਹਾਂ ਤੋਂ ਉਖਾੜਨ ਵਾਸਤੇ ਸਿੱਖਾਂ ਨੂੰ ਜੰਗ ਯੁੱਧ ਹੀ ਲੜਨੇ ਪਏ ਨੇ। ਤੇ ਇਸ ਤਰ੍ਹਾਂ ਇੱਕ ਉਹਨਾਂ ਦਾ ਲੜਾਕਾ ਸੁਭਾਅ ਤਾਂ ਬਣ ਗਿਆ, ਪਰ ਲਿਖਣ ਪੜ੍ਹਨ ਵਾਲੇ ਪਾਸੇ ਮੋੜ ਨਹੀਂ ਕੱਟ ਸਕੇ। ਤੇ ਇਹ ਜਿਹੜਾ ਉਦੋਂ ਦਾ ਇਹ ਵੀ ਆਪਾਂ ਧਿਆਨ 'ਚ ਰੱਖੀਏ ਕਿ ਉਦੋਂ ਸਮਾਂ ਹੀ ਅਨਪੜ੍ਹਤਾ ਦਾ ਸੀ, ਅੱਜ ਵਰਗੇ ਸਕੂਲ ਕਾਲਜ ਨਹੀਂ ਸੀ। ਸਗੋਂ ਦੁਖਦਾਈ ਪਹਿਲੂ ਇਹ ਹੈ ਕਿ ਅੱਜ ਜ਼ਿੰਦਗੀ ਦੇ ਸਾਰੇ ਸਾਨੂੰ ਸੁੱਖ ਸਹੂਲਤਾਂ ਮੌਜੂਦ ਹੋਣ ਦੇ ਬਾਵਜੂਦ ਵੀ ਸਿੱਖ ਪੜ੍ਹਨ ਲਿਖਣ ਨੂੰ ਅਜੇ ਤੱਕ ਤਿਆਰ ਨਹੀਂ ਹਨ। ਜਿਹੜੇ ਵਿਦਵਾਨਾਂ ਨੇ ਜਨਮ ਸਾਖੀਆਂ ਤੇ ਕੁਝ ਕੰਮ ਵੀ ਕੀਤਾ, ਉਹਨਾਂ ਨੇ ਵੀ ਦਲੇਰੀ ਦੇ ਨਾਲ ਉਸ ਜਿਹੜਾ ਕੂੜ ਕਵਾੜ ਹੈ ਜਨਮ ਸਾਖੀਆਂ ਦੇ ਵਿੱਚ ਰੱਦ ਕਰਨ ਦਾ ਉਪਰਾਲਾ ਨਹੀਂ ਕੀਤਾ। ਪਹਿਲੀ ਵਾਰੀ ਭਾਈ ਜਿਹੜੇ ਕਰਮ ਸਿੰਘ ਹਿਸਟੋਰੀਅਨ ਨੇ ਉਸ ਕੂੜ ਕਵਾੜ ਨੂੰ ਕੱਢ ਕੇ ਬਾਲੇ ਵਾਲੀ ਜਨਮ ਸਾਖੀ ਆਦਿਕ ਦੇ ਵਿੱਚ ਜਿਹੜਾ ਗਲਤ ਗੱਲਾਂ ਸੀ ਉਹਨਾਂ ਨੂੰ ਰੱਦ ਕਰਕੇ ਕੱਤਕ ਕੇ ਵਿਸਾਖ ਉਹਨਾਂ ਨੇ ਕਿਤਾਬ ਦਾ ਨਾਂ ਰੱਖਿਆ, ਉਹ ਲਿਖਿਆ। ਇਹ ਜਿਹੜਾ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ 1896 ਤੱਕ ਇਹ ਸਾਖੀ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਨਹੀਂ ਸੀ, ਬਲਕਿ ਪਹਿਲਾਂ ਇਹ ਹੰਧਾਲ ਦੇ ਨਾਂ ਤੇ ਪਰਚੀਆਂ ਹੰਧਾਲ ਜੀ ਕੀ ਦੇ ਨਾਮ ਹੇਠ ਚੱਲਦੀ ਆ ਰਹੀ ਸੀ। ਅਚਨਚੇਤੀ ਇਹਨਾਂ ਹੰਧਾਲੀਆਂ ਦੇ ਚੇਲਿਆਂ ਨੇ ਜਿਹੜੇ ਨੇ ਕਿ ਆਪਣਾ ਨਾਮ ਬਾਲਾ ਰਖਵਾਇਆ। ਇਹ ਅਸਲ ਦੇ ਵਿੱਚ ਹੰਧਾਲ ਦਾ ਬੇਟਾ ਦੁਨੀ ਚੰਦ ਸੀ। ਦੁਨੀ ਚੰਦ ਨੇ ਦੇਖਿਆ ਕਿ ਮੇਰੇ ਨਾਮ ਤੇ ਜਾਂ ਮੇਰੇ ਬਾਪ ਦੇ ਨਾਮ ਤੇ ਇਹ ਕਿਤਾਬ ਨਹੀਂ ਚੱਲੇਗੀ, ਤੇ ਜੇ ਸਿੱਖਾਂ ਦਾ ਸਤਿਆਨਾਸ਼ ਕਰਨਾ ਹੈ, ਵਿੱਚ ਮਿਲਾਵਟ ਕਰਨੀ ਹੈ, ਗਲਤ ਮਲਤ ਗੱਲਾਂ ਵੀ ਜੇ ਲਿਆਉਣੀਆਂ ਨੇ, ਤਾਂ ਇਹਨੂੰ ਗੁਰੂ ਨਾਨਕ ਨਾਲ ਜੋੜਿਆ ਜਾਵੇ। ਸੋ 1896 ਤੋਂ ਬਾਅਦ ਇਹਨਾਂ ਦੀ ਔਲਾਦ ਵਾਲੇ ਲੋਕਾਂ ਨੇ ਜਿਹੜਾ ਸਾਧ ਲਾਣਾ ਸੀ, ਉਹਨਾਂ ਨੇ ਇਹਦਾ ਨਾਮ ਬਾਲੇ ਵਾਲੀ ਜਨਮ ਸਾਖੀ ਰੱਖ ਦਿੱਤਾ। ਦੁਨੀ ਚੰਦ ਵਿੱਚੋਂ ਗਵਾ ਦਿੱਤਾ ਤੇ ਨਾਲ ਹੰਧਾਲ ਨੂੰ ਵੀ ਪਾਸੇ ਕਰ ਦਿੱਤਾ। ਭਾਵੇਂ ਕਿ ਹੰਧਾਲ ਦੀ ਪ੍ਰਸ਼ੰਸਾ ਉਸ ਜਨਮ ਸਾਖੀ ਦੇ ਵਿੱਚ ਬਹੁਤ ਹੈ, ਪਰ ਸਿੱਧਾ ਨਾਮ ਉਹਦੇ ਵਿੱਚ ਨਹੀਂ ਰਹਿਣ ਦਿੱਤਾ। ਅਸਲ ਦੇ ਵਿੱਚ ਇਹਨਾਂ ਨੇ ਇਹ ਧੋਖਾ ਕੀਤਾ ਤਾਂ ਕਿ ਸਿੱਖਾਂ ਨੂੰ ਕਮਲੇ ਬਣਾ ਕੇ ਇਸ ਸਾਖੀ ਨੂੰ ਲਗਾਤਾਰ ਪ੍ਰਚਲਿਤ ਰੱਖਿਆ ਜਾ ਸਕੇ। ਸੋ ਹੈ ਇਹ ਹੰਧਾਲ ਦੇ ਨਾਮ ਤੇ ਲਿਖੀ ਹੋਈ ਸਾਖੀ, ਪਰਚੀਆਂ ਹੰਧਾਲ ਕੀਆਂ, ਪਰ ਸਾਡੇ ਵਿਦਵਾਨਾਂ ਨੇ ਇਹ ਸਿੱਧਾ ਜਿਹੜਾ ਕਰਾਰੀ ਚੋਟ ਸੀ ਇਹ ਮਾਰਨ ਤੋਂ ਹਮੇਸ਼ਾ ਸੰਕੋਚ ਕੀਤਾ। ਉਹਨਾਂ ਦੇ ਸੀਮਤ ਦਾਇਰੇ ਹੋ ਸਕਦੇ ਨੇ, ਪਰ ਅੱਜ ਤੱਕ ਵੀ ਬਾਲੇ ਨਾਮ ਦੀ ਸਾਖੀ ਕਿਸੇ ਨਾ
ਨਾ ਕਿਸੇ ਰੂਪ 'ਚ ਚੱਲਦੀ ਆ ਰਹੀ ਹੈ। ਇਹਦੇ ਵੱਲੋਂ ਸਾਵਧਾਨ ਹੋਣ ਦਾ ਬਹੁਤ ਲੋੜ ਹੈ ਜੀ। ਪਰ ਇੱਕ ਗੱਲ ਆਪਾਂ ਇਹ ਵੀ ਵੇਖਦੇ ਆ ਕਿ ਜਿਹੜੀ ਜਦੋਂ ਵੀ ਕਿਸੇ ਨੂੰ ਪੁੱਛੀਏ ਗੁਰੂ ਨਾਨਕ ਦੇ ਜੀਵਨ ਬਾਰੇ ਗੱਲ ਕੀਤੀ, ਉਹ ਕਹਿੰਦੇ ਤੁਸੀਂ ਤਾਂ ਇਹਨੂੰ ਪੜ੍ਹਦੇ ਹੀ ਨਹੀਂ। ਜਿਵੇਂ ਬਹੁਤ ਸਾਰੇ ਆਪਾਂ ਕਹੀਏ ਯੂਨੀਵਰਸਿਟੀ ਲੈਵਲ ਦੇ ਬੰਦੇ ਵੀ ਹੈਗੇ ਆ ਜਿਨ੍ਹਾਂ ਨੇ ਇਹਨੂੰ ਕਿਤੇ ਨਾ ਕਿਤੇ ਠੀਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਆ। ਉਹ ਕਹਿੰਦੇ ਨਹੀਂ, ਤੁਹਾਡੀ ਤਾਂ ਸੋਚ ਹੀ ਗਲਤ ਹੈ, ਤੁਸੀਂ ਤਾਂ ਇਹਨੂੰ ਲੈਂਦੇ ਹੀ ਹੋਰ ਤਰੀਕੇ ਨਾਲ ਹੋ। ਜਿਵੇਂ ਜਨਮ ਸਾਖੀਆਂ ਨੂੰ ਉਹ ਹੋਰ ਢੰਗ ਦੇ ਨਾਲ, ਭਾਵ ਚੰਗੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਉਹ ਕਹਿੰਦੇ ਸ਼ਾਇਦ ਇਹ ਤੁਸੀਂ ਤਾਂ ਅਧਿਆਤਮ ਨੂੰ ਨਹੀਂ ਮੰਨਦੇ, ਤੁਸੀਂ ਤਾਂ ਏਦਾਂ ਨਹੀਂ ਮੰਨਦੇ, ਤੁਹਾਡੇ ਲਈ ਇਹ ਕੁਛ ਨਹੀਂ ਹੋ ਸਕਦਾ, ਬਾਕੀਆਂ ਲਈ ਹੁੰਦਾ। ਅਜਿਹੇ ਝੂਠ ਨੂੰ ਵੀ ਕਿਤੇ ਨਾ ਕਿਤੇ ਉਹ ਚੰਗੇ ਸ਼ਬਦਾਂ ਵਿੱਚ ਨਾ ਪਰੋ ਕੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਦੇਖੇ ਜਾਂਦੇ ਆ। ਇਹ ਬੜੀ ਵਧੀਆ ਗੱਲ ਹੈ ਜਿਹੜੀ ਤੁਸੀਂ ਰੱਖ ਰਹੇ ਹੋ ਕਿ ਹੈ ਤਾਂ ਕਿਸੇ ਦੇ ਨਾਮ ਹੇਠ, ਪਰ ਗੁਰੂ ਨਾਨਕ ਦਾ ਜਦੋਂ ਨਾ ਕਿਤੇ ਨਾਮ ਵਰਤਿਆ ਜਾਂਦਾ, ਉਹਨਾਂ ਜਿਹੜੀ ਗੱਲ ਆਮ ਹਜ਼ਮ ਨਾ ਹੋ ਰਹੀ ਹੋਵੇ, ਹੰਧਾਲ ਨੂੰ ਕੌਣ ਜਾਣਦਾ, ਇਸ ਕਰਕੇ ਉਹਨਾਂ ਨੇ ਨਾਨਕ ਦਾ ਨਾਮ ਵਰਤ ਕੇ ਇਹਨੂੰ ਏਦਾਂ ਜਿਹੜਾ ਹੈ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ, ਔਰ ਪੁਰਜੋਰ ਕੋਸ਼ਿਸ਼ ਜਿਹੜੀ ਅੱਜ ਤੱਕ ਚੱਲ ਰਹੀ ਹੈ। ਤਾਂ ਹੀ ਉਹ ਵਾਰ-ਵਾਰ ਇਹ ਸਿੱਖਾਂ ਦਾ ਜਿਹੜਾ ਕਿਤੇ ਨਾ ਕਿਤੇ ਪਿੱਛਾ ਛੱਡਦੀ ਨਹੀਂ ਨਜ਼ਰ ਆ ਰਹੀ। ਹਾਂਜੀ ਬਾਪੂ ਜੀ, ਅਗਲੀ ਗੱਲ ਜਿਹੜੀ ਆਪਾਂ ਕਰਨੀ ਆ ਇਹਦੇ ਬਾਰੇ ਥੋੜਾ ਜਿਹਾ ਆਪਾਂ ਨਾ ਵਿਦਵਾਨਾਂ ਵਾਲੀ ਜਿਹੜੀ ਗੱਲ ਵਿਚਾਲੇ ਆਈ ਸੀ, ਥੋੜਾ ਜਿਹਾ ਇਹਦੇ ਬਾਰੇ ਆਪਾਂ 1-2 ਮਿੰਟ ਕਰ ਲਈਏ। ਹਾਂਜੀ। ਉਹ ਕਾਰਨ ਇਹ ਹੈ ਕਿ ਇੱਕ ਤਾਂ ਯੂਨੀਵਰਸਿਟੀਆਂ ਦੇ ਜਿਹੜੇ ਵਿਦਵਾਨ ਨੇ, ਇਹਨਾਂ ਨੂੰ ਜੋ ਸਰਕਾਰੀ ਕੰਮ ਦਿੱਤਾ ਜਾਂਦਾ ਹੈ, ਕਿਉਂਕਿ ਸਰਕਾਰੀ ਮੁਲਾਜ਼ਮ ਨੇ ਸਾਰੇ, ਇਹਨਾਂ ਦੀ ਪਹਿਲਾਂ ਪੜ੍ਹਾਈ ਵੀ ਸਰਕਾਰ ਦੇ ਨਿਯਮਾਂ ਦੇ ਵਿੱਚ ਹੋਈ ਹੁੰਦੀ ਹੈ। ਸਿਲੇਬਸ ਇਹਨਾਂ ਨੇ ਉਹ ਪੜ੍ਹਿਆ ਹੁੰਦਾ ਹੈ ਜਿਹੜਾ ਸਰਕਾਰ ਵੱਲੋਂ ਪ੍ਰਵਾਨਿਤ ਹੁੰਦਾ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ PhD ਕੀਤੀ ਹੈ ਕਿਸੇ ਨੇ, ਤਾਂ ਉਹ ਸਰਕਾਰ ਵੱਲੋਂ ਪ੍ਰਵਾਨਿਤ PhD ਦੇ ਜਿਹੜੇ ਮਾਪਦੰਡ ਨੇ ਉਹਦੇ ਮੁਤਾਬਕ ਇਹਨਾਂ ਨੇ ਉਹ ਡਿਗਰੀ ਹਾਸਲ ਕੀਤੀ ਹੈ ਜੀ। ਫਿਰ ਜਿਹੜੇ ਯੂਨੀਵਰਸਿਟੀਆਂ 'ਚ ਸਿਲੈਕਟ ਹੁੰਦੇ ਨੇ, ਉਹ ਵੀ ਉਹਨਾਂ ਦੀਆਂ ਸ਼ਰਤਾਂ ਦੇ ਅਧੀਨ ਸਿਲੈਕਟ ਹੁੰਦੇ ਨੇ। ਫਿਰ ਇਹਨਾਂ ਨੇ ਨੌਕਰੀ ਜਿਹੜੀ ਕਿਸੇ ਨੇ 30 ਸਾਲ, ਕਿਸੇ ਨੇ 35 ਸਾਲ, ਆਪਣੇ ਪੈਨਸ਼ਨ ਦਾ ਸਮਾਂ ਪੂਰਾ ਹੋਣ ਤੱਕ ਜਿਹੜੀ ਨੌਕਰੀ ਕਰਨੀ ਹੈ, ਉਹ ਸਰਕਾਰ ਦੇ ਨਿਯਮਾਂ ਦੇ ਵਿੱਚ ਰਹਿ ਕੇ ਕਰਨੀ ਹੈ। ਆਪਣੀ ਮਰਜ਼ੀ ਦੀ ਕੋਈ ਗੱਲ ਉੱਥੇ ਨਹੀਂ ਕਰਨੀ। ਮੈਂ ਯੂਨੀਵਰਸਿਟੀ ਹੈ ਸਾਡੇ ਨੇੜੇ, ਪੰਜਾਬੀ ਯੂਨੀਵਰਸਿਟੀ ਹੈ ਪਟਿਆਲੇ, ਮੈਂ ਇੱਥੋਂ ਦੇ ਪ੍ਰੋਫੈਸਰਾਂ ਨੂੰ ਬਹੁਤ ਨੂੰ ਮਿਲਦਾ ਜੁਲਦਾ ਰਹਿਣਾ, ਤੇ ਕਈ ਪ੍ਰੋਫੈਸਰ ਨੇ ਕਿਤਾਬ ਲਿਖ ਰਹੇ ਹੁੰਦੇ ਨੇ। ਮੈਂ ਪੁੱਛਣ ਲੱਗ ਪੈਂਦਾ ਸੀ ਉਹਨਾਂ ਨੂੰ ਕਿ ਕਾਹਦੀ ਕਿਤਾਬ ਲਿਖ ਰਹੇ ਹੋ, ਉਹਨੇ ਨਾਮ ਲੈ ਦੇਣਾ। ਮੈਂ ਕਿਹਾ ਇਹੋ ਜਿਹੀ ਤਾਂ ਕਿਤਾਬਾਂ ਬਥੇਰੀਆਂ ਲਿਖੀਆਂ ਪਈਆਂ ਨੇ। ਕਹਿੰਦਾ ਭਾਈ ਭਾਵੇਂ 50 ਲਿਖੀਆਂ ਪਈਆਂ ਹੋਣ, ਅਸੀਂ ਤਾਂ ਸਾਲਾਨਾ ਇੰਕਰੀਮੈਂਟ ਲੈਣ ਵਾਸਤੇ, ਜਾਂ ਫਿਰ ਅਸੀਂ ਜਿਹੜੀ ਸਾਡੀ ਤਰੱਕੀ ਬਣਦੀ ਹੈ, ਪ੍ਰਮੋਸ਼ਨ ਬਣਦੀ ਹੈ, ਪ੍ਰਮੋਸ਼ਨ ਲੈਣ ਵਾਸਤੇ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਵਿਗਾੜ ਦੇ ਤੌਰ ਤੇ ਅਸੀਂ ਇਹ ਕਿਤਾਬ ਲਿਖਣੀ ਹੀ ਲਿਖਣੀ ਹੈ। ਇਹ ਸਾਡੀ ਮਜਬੂਰੀ ਹੈ, ਸਾਡਾ ਸ਼ੌਂਕ ਨਹੀਂ, ਸਾਡੀ ਲੋੜ ਹੈ ਕਿ ਅਸੀਂ ਆਪਣੀ ਤਨਖਾਹ ਵਧਾਉਣੀ ਹੈ, ਪ੍ਰਮੋਸ਼ਨ ਲੈਣੀ ਹੈ। ਇਸ ਤਰ੍ਹਾਂ ਦੀਆਂ ਖੋਜਾਂ ਤੇ ਇਸ ਤਰ੍ਹਾਂ ਦੀਆਂ ਕਿਤਾਬਾਂ ਯੂਨੀਵਰਸਿਟੀਆਂ 'ਚ ਪ੍ਰੋਫੈਸਰ ਲਿਖਦੇ ਨੇ, ਤੇ ਉਹ ਬਾਅਦ ਦੇ ਵਿੱਚ ਸਾਡੇ ਪੱਲੇ ਪਈ ਜਾਂਦੀਆਂ ਨੇ। ਇਹ ਸਾਰਾ ਕੁਝ ਇਸ ਤਰ੍ਹਾਂ ਹੋਇਆ ਪਿਆ ਜੀ। ਇਹ ਗੱਲ ਬਹੁਤ ਠੀਕ, ਤੁਸੀਂ ਇਹ ਮੇਰੇ ਵੀ ਕਈ ਵਾਰੀ ਨਜ਼ਰ ਦੇ ਵਿੱਚ ਆਈ ਹੈ। ਜਿਨ੍ਹਾਂ ਨੇ ਸੱਜਣਾ ਨੇ PhD ਜਾਂ MPhil ਕੀਤੀ ਹੈ ਨਾ, ਤਾਂ ਮੈਂ ਉਹਨਾਂ ਨੂੰ ਵੀ ਕਈ ਵਾਰੀ ਗੱਲਬਾਤ ਕਰਦਾ ਵੀ ਜਿਹੜੇ ਵੀ ਤੁਸੀਂ ਵਿਸ਼ੇ ਲੈ ਕੇ ਆ ਕੰਮ ਕਰਦੇ ਹੋ, ਜਿਹੜੇ ਤੁਹਾਡੇ ਥੀਸਿਸ ਹੁੰਦੇ ਆ, ਉਹ ਤੁਸੀਂ ਕਿਸ ਤਰੀਕੇ ਦੇ ਨਾਲ ਚੋਣ ਕਰਦੇ ਹੋ। ਤੇ ਕਹਿੰਦੇ ਸਾਨੂੰ ਥੀਸਿਸ ਤਾਂ ਦਿੱਤਾ ਜਾਂਦਾ ਵੀ ਇਸ ਥੀਸਿਸ ਤੇ ਕੰਮ ਕਰੋ, ਪਰ ਉਹ ਕੀ ਕਰਦੇ ਆ, 100 ਕੁ ਉਦਾਹਰਨਾਂ ਪਿਛਲਿਆਂ ਦੀਆਂ ਚੱਕ ਕੇ ਇੱਕ ਅੱਧੀ ਗੱਲ ਆਪਣੇ ਵੱਲੋਂ ਤੋੜ ਮਰੋੜ ਕੇ ਲਿਖਣ ਦੀ ਕੋਸ਼ਿਸ਼ ਕਰਦੇ ਆ। ਸਾਰੇ ਸ਼ਬਦ ਉਹ ਭਾਵ ਹੁੰਦੇ ਕਿਸੇ ਦੇ ਹੀ ਹੈ, ਉਹ ਪਿਛਲੀਆਂ ਉਹੀ ਗੁੱਥੀ ਮੁੱਥੀ ਚੀਜ਼ਾਂ ਹੁੰਦੀਆਂ ਜਿਹੜੀਆਂ ਉਹਦੇ ਵਿੱਚ ਵਲ ਛਲ ਪਾ ਕੇ ਕਿਤੇ ਨਾ ਕਿਤੇ ਆਪਦੇ ਸ਼ਬਦਾਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਾਵ ਉਹ ਹੁੰਦਾ ਕੂੜ ਕੁਵਾੜੀ ਹੈ। ਕਹਿਣ ਤੋਂ ਇਹ ਆਪਾਂ ਇਹਨੂੰ ਇਸ ਤਰੀਕੇ ਨਾਲ ਰੱਖ ਸਕਦੇ ਹਾਂ। ਇੱਥੋਂ ਤੱਕ ਇੱਕ ਸਕਿੰਟ ਹੋਰ, ਇੱਥੋਂ ਤੱਕ ਕਿ ਬਹੁਤੀਆਂ ਗੱਲਾਂ ਤਾਂ ਮੈਂ ਇਹਨਾਂ ਪ੍ਰੋਫੈਸਰਾਂ ਨੂੰ, ਕਿਉਂਕਿ ਮੇਰੀ ਬਹੁਤ ਨੇੜਤਾ ਬਣੀ ਹੋਈ ਇਹਨਾਂ ਨਾਲ, ਬਹੁਤ ਬੰਦੇ ਵਿਸ਼ਵਾਸ ਪਾਤਰ ਵੀ ਬਣੇ ਹੋਏ ਨੇ, ਮੇਰੇ ਨਾਲ ਆਦਰ ਕਰਦੇ ਨੇ, ਉਹਨਾਂ ਨੇ ਵੀ ਪੁੱਛਿਆ ਵੀ ਜਿਹੜੀਆਂ ਤੁਸੀਂ ਉਦਾਹਰਨਾਂ ਹੋਰਨਾਂ ਲੇਖਕਾਂ ਦੀਆਂ ਕਿਤਾਬਾਂ ਵਿੱਚੋਂ ਆਪਣੇ ਥੀਸਿਸ ਦੇ ਵਿੱਚ ਦੇ ਰਹੇ ਹੋ, ਤੇ ਕੀ ਇਹ ਸਾਰੀਆਂ ਸੱਚ ਨੇ? ਕੀ ਤੁਸੀਂ ਇੰਨੀਆਂ ਕਿਤਾਬਾਂ ਪੜ੍ਹੀਆਂ ਨੇ? ਉਹ ਕਹਿੰਦੇ ਜੀ ਅਸੀਂ ਇੰਨੀਆਂ ਕਿਤਾਬਾਂ ਨਹੀਂ ਪੜ੍ਹੀਆਂ, ਅੱਗੋਂ ਤੇ ਅੱਗੋਂ ਅਸੀਂ ਉਦਾਹਰਨਾਂ ਦੇ ਦਿੱਤੀਆਂ, ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਝੂਠੀਆਂ ਹੁੰਦੀਆਂ ਨੇ। ਮੈਂ ਕਿਹਾ ਫਿਰ ਤੁਹਾਨੂੰ ਨੰਬਰ ਕਿਵੇਂ ਮਿਲਦੇ ਨੇ? ਕਹਿੰਦਾ ਜਿਹੜਾ ਦੇਖਣ ਵਾਲਾ, ਸਾਡੇ ਪੇਪਰ ਦੇਖਣ ਵਾਲਾ, ਥੀਸਿਸ ਨੂੰ ਚੈੱਕ ਕਰਨ ਵਾਲਾ, ਇੱਕ ਤਾਂ ਉਹਦੀ ਅਸੀਂ ਚਮਚਾਗਿਰੀ ਕਰਨੀ ਹੁੰਦੀ ਹੈ, ਦੂਜਾ ਉਹਨੇ ਕਿਹੜਾ ਇੰਨੇ ਜਿਹੜੇ ਕਿਤਾਬਾਂ ਮੰਗਵਾ ਕੇ ਜਿੱਥੋਂ ਜਿੱਥੋਂ ਅਸੀਂ ਹਵਾਲੇ ਦਿੱਤੇ ਆ, ਉਹ ਇੰਨੀ ਖੇਚਲ ਕੌਣ ਕਰੇ? ਉਹ ਚੈੱਕ ਹੀ ਨਹੀਂ ਕਰਦਾ ਹੈ ਵੀ ਇੰਨੇ ਹਵਾਲੇ ਇਹਨੇ ਸਹੀ ਦਿੱਤੇ ਨੇ ਕਿ ਗਲਤ ਦਿੱਤੇ ਨੇ। ਉਹ ਝੂਠੇ ਹਵਾਲੇ ਵੀ ਵਿੱਚ ਅੱਗੇ ਤੋਂ ਅੱਗੇ ਇਸੇ ਤਰ੍ਹਾਂ ਚੱਲੇ ਜਾਂਦੇ ਨੇ। ਤੇ ਬਹੁਤੀਆਂ ਸਾਰੀਆਂ ਡਿਗਰੀਆਂ ਤਾਂ ਇਉਂ ਕਹਿ ਲਈਏ ਵੀ ਪੈਸੇ ਦੇ ਕੇ, ਸਿਫਾਰਿਸ਼ਾਂ ਲੈ ਕੇ ਵੀ ਖਰੀਦ ਲਈਆਂ ਜਾਂਦੀਆਂ ਨੇ। ਇਹ ਤਾਂ ਵੱਡੇ ਪੈਮਾਨੇ ਤੇ ਇੱਕ ਧੰਦਾ ਚੱਲਿਆ ਹੋਇਆ। ਹਾਂਜੀ, ਇਹ ਬਹੁਤ ਠੀਕ ਗੱਲ ਤੁਸੀਂ ਕਹੀ ਹੈ। ਇਹਦਾ ਮਤਲਬ ਇੱਥੇ ਪੜ੍ਹਾਈ ਦੀ ਗੱਲ ਨਹੀਂ ਹੈ, ਇਹ ਤਾਂ ਗਲ ਵਿੱਚ ਫੋਕੀਆਂ ਖਰੀਦੀਆਂ ਹੋਈਆਂ ਡਿਗਰੀਆਂ ਪਵਾ ਕੇ ਆਪਣੇ ਆਪ ਨੂੰ ਜ਼ਿਆਦਾ ਪੜ੍ਹੇ ਲਿਖੇ ਸਾਬਿਤ ਕਰਨ ਦੀ ਇੱਕ ਫੋਕੀ ਜੀ ਕੋਸ਼ਿਸ਼ ਹੁੰਦੀ ਹੈ। ਸੋ ਦੂਸਰਾ ਸਵਾਲ ਵੱਲੀ ਮੈਂ ਆਉਣਾ ਜੀ, ਜਿਹੜਾ ਕਿ ਬਹੁਤ ਜ਼ਰੂਰੀ ਆ।
ਜਿਹੜਾ ਜਿਹੜਾ ਹੰਦਾਲ ਹੈ, ਹੰਦਾਲ ਜੋ ਕਿ ਜਿਹਨੂੰ ਬਾਲੇ ਦਾ ਪਿਤਾ ਕਿਹਾ ਜਾਂਦਾ ਹੈ, ਉਹਨੂੰ ਵਾਰ-ਵਾਰ ਬਾਬੇ ਨਾਨਕ ਦਾ ਅਵਤਾਰ। ਹੁਣ ਅਵਤਾਰ ਸ਼ਬਦ ਜਿਹੜਾ ਬੜਾ ਖਤਰਨਾਕ ਹੈ ਸਾਡੇ ਲਈ। ਮੈਂ ਕਈ ਵਾਰੀ ਜਦੋਂ ਸੰਗਤਾਂ ਦੇ ਮੂੰਹੋਂ ਵੀ ਸੁਣਦਾ ਕਿ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਹੈ ਜੀ, ਸਾਡੇ ਵਾਲੇ ਕਿਤੇ ਨਾ ਕਿਤੇ ਪ੍ਰਕਾਸ਼ ਪੁਰਬ ਵੀ ਮਨਾਉਂਦੇ ਆ, ਤਾਂ ਉਹਨਾਂ ਨੂੰ ਇਹ ਫਰਕ ਹੀ ਨਹੀਂ ਪਹਿਲੀ ਗੱਲ ਤਾਂ ਦਿਖਦਾ। ਹਾਂ, ਆਪਾਂ ਸ਼ਬਦਾਂ ਵਿੱਚ ਵੀ ਲੋਕਾਂ ਨੂੰ ਉਲਝਾਉਣਾ ਨਹੀਂ ਹੈ, ਵੈਸੇ ਤਾਂ ਗੱਲ ਸਿੱਧੀ ਸਿੱਧੀ ਕਰਦੇ ਆਂ ਵੀ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਅਸੀਂ ਸੇਧ ਲੈਂਦੇ ਹਾਂ, ਪਰ ਇਹ ਵਾਰ-ਵਾਰ ਕਿਤੇ ਨੰਦ ਸਿੰਘ ਬਾਬੇ ਨੂੰ ਅਵਤਾਰ, ਕਿਤੇ ਇੱਥੇ ਹੰਦਾਲ ਨੂੰ ਅਵਤਾਰ, ਜਿਹੜਾ ਇਹਨੂੰ ਵਾਰ-ਵਾਰ ਅਵਤਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹਾ ਉਹ ਕੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕਿਉਂ ਵਾਰ-ਵਾਰ ਇਹ ਸਾਡੇ ਸਾਹਮਣੇ ਅਜਿਹੀਆਂ ਗੱਲਾਂ ਰੱਖਦੇ? ਇਹਦਾ ਪ੍ਰਮੁੱਖ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਇੰਨੀ ਭਾਰੂ ਹੈ, ਉਹ ਤੋਂ ਕੋਈ ਬੰਦਾ ਵੱਖਰੇ ਰਹਿ ਕੇ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦਾ ਹੈ। ਉਹ ਸਮਝਦਾ ਹੈ ਕਿ ਮੇਰੀ ਕੋਈ ਕੀਮਤ ਨਹੀਂ ਪੈਣੀ ਜੇ ਮੈਂ ਗੁਰੂ ਨਾਨਕ ਦਾ ਨਾਮ ਕਿਸੇ ਤਰੀਕੇ ਆਪਣੇ ਨਾਲ, ਆਪਣੀ ਕਹਾਣੀ ਦੇ ਨਾਲ ਜਾਂ ਆਪਣੀ ਗੱਲਬਾਤ ਦੇ ਵਿੱਚ ਨਾ ਜੋੜਿਆ। ਹੁਣ ਇਹਨਾਂ ਸਾਧਾਂ ਸੰਤਾਂ ਦੇ ਡੇਰਿਆਂ 'ਚ ਜਿਹੜੀਆਂ ਛਪੀਆਂ ਕਿਤਾਬਾਂ ਨੇ, ਜਿਹੜਾ ਇਹਨਾਂ ਦੇ ਵਿਦਿਆਰਥੀਆਂ ਨੂੰ ਕੂੜ ਕਵਾੜ ਪੜ੍ਹਾਇਆ ਜਾਂਦਾ ਹੈ, ਉਹ ਸਾਰਾ ਕੁਝ ਗੁਰਮਤ ਤੋਂ ਉਲਟ ਹੁੰਦਾ ਹੈ, ਦੇਵੀ ਦੇਵਤੇ ਬ੍ਰਾਹਮਣੀ ਕਰਮਕਾਂਡ ਦੇ ਨਾਲ ਸੰਬੰਧਿਤ ਹੁੰਦਾ ਹੈ। ਪਰ ਉਹਨਾਂ ਨੂੰ ਗੁਰੂ ਨਾਨਕ ਦੇ ਨਾਮ ਨਾਲ ਜੋੜ ਕੇ ਪੜ੍ਹਾਇਆ ਜਾਂਦਾ ਹੈ ਤਾਂ ਕਿ ਗੁਰੂ ਨਾਨਕ ਦੇ ਨਾਮ ਨਾਲ ਚੀਜ਼ ਵਿਕਦੀ ਹੈ। ਗੁਰੂ ਨਾਨਕ ਦਾ ਸ਼ਖਸੀਅਤ ਹੈ ਬਹੁਤ ਭਾਰੂ ਹੈ, ਉਹਦਾ ਨਾਮ ਲਏ ਤੋਂ ਸ਼ਾਇਦ ਇਹ ਲੋਕ ਸੱਚ ਮੰਨ ਲੈਣਗੇ, ਤੇ ਬਹੁਤ ਲੰਮੇ ਸਮੇਂ ਤੱਕ ਇਸ ਤਰ੍ਹਾਂ ਹੁੰਦਾ ਆਇਆ ਹੈ। ਮੈਂ ਬਹੁਤ ਸਮਾਂ ਪਹਿਲਾਂ, ਅੱਜ ਹੁਣ ਸਗੋਂ ਵਧਣਾ ਚਾਹੀਦਾ ਸੀ, ਪਰ ਇਹ ਰੁਝਾਨ ਘਟਦਾ ਜਾ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਲੋਕ ਮੁਹਾਵਰਿਆਂ ਦੇ ਤੌਰ ਤੇ ਲੋਕੀ ਆਮ ਬੋਲ ਚਾਲ ਦੇ ਵਿੱਚ ਵਰਤਦੇ ਸੀ, ਤੇ ਅੱਜ ਸਰਕਾਰਾਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਇਹ ਸਿਲੇਬਸ ਦੇ ਵਿੱਚੋਂ ਚੀਜ਼ਾਂ ਕੱਢ ਦਿੱਤੀਆਂ ਨੇ, ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਵੀ ਗੁਰਬਾਣੀ ਨਿਕਲਦੀ ਜਾ ਰਹੀ ਹੈ। ਮਿਸਾਲ ਦੇ ਤੌਰ ਤੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਆਮ ਲੋਕ ਬੋਲ ਚਾਲ ਦੇ ਵਿੱਚ ਇਹਦੇ ਉਦਾਹਰਣ ਦੇ ਦਿੰਦੇ ਸੀ ਪੰਕਤੀ ਦੀ। ਬਿਲਕੁਲ ਇਸੇ ਤਰ੍ਹਾਂ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਇਹ ਆਮ ਬੋਲਦੇ ਸੀ ਜਿਹੜੀਆਂ ਇਹੋ ਜਿਹੀਆਂ ਗੱਲਾਂ। ਹੋਰ ਵੀ ਗੁਰਬਾਣੀ ਦੇ ਸ਼ਬਦ ਬਹੁਤ ਸਾਰੇ ਜਿਹੜੇ ਲੋਕਾਂ ਦੀ ਜ਼ਬਾਨ ਤੇ ਚੜੇ ਹੁੰਦੇ ਸਨ, ਤੇ ਹੁਣ ਸਾਨੂੰ ਇਹ ਸ਼ਬਦ ਭੁੱਲਦੇ ਜਾ ਰਹੇ ਨੇ। ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨਾਲ ਕਿਸੇ ਨੇ ਰੁੱਖ ਵੀ ਜੋੜ ਦਿੱਤਾ ਨਾ, ਉਹਦੀ ਵੀ ਪੂਜਾ ਹੋਣ ਲੱਗ ਪਈ। ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਦੇ ਨਾਲ ਕਿਸੇ ਨੇ ਕੋਈ ਹੋਰ ਮੜੀ ਕਬਰ ਜੋੜ ਦਿੱਤੀ, ਉਹਦੀ ਵੀ ਪੂਜਾ ਹੋਣ ਲੱਗ ਪਈ। ਸਾਨੂੰ ਜਿਹੜਾ ਗੁਰਬਾਣੀ ਦਾ ਉਪਦੇਸ਼ ਗੁਰੂ ਨਾਨਕ ਨੇ ਦਿੱਤਾ ਹੈ, ਇਹਦੇ ਨਾਲੋਂ ਤੋੜ ਦਿੱਤਾ। ਉਹਦੀ ਸ਼ਖਸੀਅਤ ਨੂੰ ਗੱਲਾਂ ਬਾਤਾਂ ਦੇ ਰਾਹੀਂ ਉਭਾਰ ਕੇ, ਮਸਾਲੇ ਲਾ ਕੇ ਹੰਦਾਲ ਨੂੰ ਵੀ ਇਹਦੇ ਨਾਲ ਜੋੜ ਦਿੱਤਾ, ਤਾਂ ਕਿ ਹੰਦਾਲ ਦੀ ਗੱਲ ਉਦਾਂ ਤਾਂ ਕਿਸੇ ਨੇ ਮੰਨਣੀ ਨਹੀਂ, ਸੁਣਨੀ ਨਹੀਂ, ਕਿਉਂਕਿ ਹੰਦਾਲ ਨੇ ਕੋਈ ਬਹੁਤਾ ਪਰਉਪਕਾਰੀ ਵੱਡਾ ਕੰਮ ਤਾਂ ਕੀਤਾ ਕੋਈ ਨਹੀਂ। ਇਹਨੂੰ ਗੁਰੂ ਨਾਨਕ ਦਾ ਅਵਤਾਰ ਕਹਿ ਦਿਓ ਤੇ ਫਿਰ ਸ਼ਾਇਦ ਲੋਕ ਕੁਝ ਨਾ ਕੋਈ ਸੱਚ ਮੰਨ ਲੈਣਗੇ। ਇਸੇ ਤਰ੍ਹਾਂ ਇਹ ਜਿਹੜੇ ਅੱਜ ਤੱਕ ਵੀ ਡੇਰੇਦਾਰ ਸਾਧ ਕਹਿੰਦੇ ਨੇ ਕਿ ਅਸੀਂ ਗੁਰੂ ਨਾਨਕ ਸਾਹਿਬ ਤੋਂ ਚੱਲੇ ਆ, ਸਾਡੀ ਜਿਹੜੀ ਗੱਦੀ ਉੱਥੋਂ ਚੱਲੀ ਹੈ, ਹੁੰਦਾ ਤੇ ਨਿਰਾ ਝੂਠ ਹੈ, ਪਰ ਲੋਕ ਇਸ ਝੂਠ ਨੂੰ ਪਰਖਣ ਤੋਂ ਅਤੇ ਨਾ ਕਰਨ ਤੋਂ ਜਿਹੜੇ ਸਮਰੱਥ ਨਹੀਂ ਹੁੰਦੇ। ਇਸ ਕਰਕੇ ਇਹਨਾਂ ਦੇ ਗੱਦੀਦਾਰਾਂ ਨੂੰ ਕੁਝ ਨਾ ਕੁਝ ਆਦਰ ਮਾਣ ਮਿਲਣ ਲੱਗ ਪੈਂਦਾ ਹੈ। ਕੋਈ ਕਹਿੰਦਾ ਸਾਡੀ ਬਾਬਾ ਦੀਪ ਸਿੰਘ ਤੋਂ ਚੱਲੀ ਹੈ, ਕੋਈ ਵਿਧੀ ਚੰਦ ਤੋਂ ਚੱਲੀ ਹੈ, ਤੇ ਕੋਈ ਭਾਈ ਕਨ੍ਹਈਆ ਤੋਂ ਚੱਲੀ ਹੈ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ, ਗੱਦੀ ਭਾਵੇਂ ਕਿਸੇ ਤੋਂ ਵੀ ਚੱਲੀ, ਗੁਰੂ ਨਾਨਕ ਦਾ ਬੇਟਾ ਸ਼੍ਰੀ ਚੰਦ ਲਖਮੀ ਦਾਸ ਉਹ ਭਾਵੇਂ 1000 ਗੱਦੀਆਂ ਚਲਾ ਲੈਣ, ਉਹਨਾਂ ਦੀ ਕੋਈ ਕੀਮਤ ਨਹੀਂ। ਅਸੀਂ ਤਾਂ ਇਹ ਵੇਖਣਾ ਹੈ ਕਿ ਜਿਹੜਾ ਬੰਦਾ ਅੱਜ ਕਹਿ ਰਿਹਾ ਕਿ ਮੇਰਾ ਖਾਨਦਾਨ ਗੁਰੂ ਨਾਨਕ ਸਾਹਿਬ ਦੇ ਖਾਨਦਾਨ ਦੇ ਵਿੱਚੋਂ ਹੈ, ਫਿਰ ਮੈਨੂੰ ਤਾਂ ਕਹਿਣ ਤੇ ਮਜਬੂਰ ਹੋਣਾ ਪੈਂਦਾ ਹੈ ਕਿ ਵਿਗਿਆਨੀਆਂ ਦੀ ਖੋਜ ਦੇ ਮੁਤਾਬਕ ਅਸੀਂ ਤਾਂ ਸਾਰੇ ਬਾਂਦਰ ਦੀ ਖਾਨਦਾਨ ਦੇ ਵਿੱਚੋਂ ਅੱਗੇ ਵਧ ਕੇ ਆਏ ਹਾਂ, ਫਿਰ ਬਾਂਦਰ ਮੰਨ ਲਾਂਗੇ ਆਪਣੇ ਆਪ ਨੂੰ ਸਾਰੇ। ਗੁਰੂ ਨਾਨਕ ਸਾਹਿਬ ਕਿਉਂਕਿ ਬਹੁਤ ਮਹਾਨ ਸੀ, ਝੂਠੀਆਂ ਕਹਾਣੀਆਂ, ਝੂਠੀਆਂ ਉਦਾਹਰਣਾਂ ਦੇ ਰਾਹੀਂ ਗੁਰੂ ਨਾਨਕ ਸਾਹਿਬ ਦੇ ਖਾਨਦਾਨ ਦੇ ਨਾਲ ਆਪਣੇ ਆਪ ਨੂੰ ਜੋੜਦੇ ਨੇ। ਇਸੇ ਤਰ੍ਹਾਂ ਹੰਦਾਲ ਵਾਲਿਆਂ ਨੇ ਵੀ ਆਪਣੇ ਆਪ ਨੂੰ ਉਧਰ ਜੋੜਿਆ, ਜਦੋਂ ਕਿ ਇਹ ਮਨੋਂ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਵਿਰੋਧੀ ਸਨ। ਉਹਨਾਂ ਦਾ ਥਾਂ ਥਾਂ ਤੇ ਆਪਣੀਆਂ ਸਾਖੀਆਂ ਦੇ ਵਿੱਚ ਇਹਨਾਂ ਨੇ ਅਪਮਾਨ ਕੀਤਾ। ਹਾਂਜੀ, ਇਹਦਾ ਇਹ ਕਈ ਪੱਖ ਨੇ, ਜਿਵੇਂ ਫੋਟੋਆਂ ਵੀ, ਜਦੋਂ ਹੁਣ ਆਨੰਦ ਸਿੰਘ ਦੇ ਇਧਰ ਨਾਨਕਸਰ ਵਾਲਿਆਂ ਨੇ ਵੀ ਫੋਟੋ ਵੇਚਣੀ ਸੀ, ਤਾਂ ਬਾਬੇ ਨਾਨਕ ਨੂੰ ਪ੍ਰਗਟ ਕਰਨਾ ਕਿਤੇ ਨਾ ਕਿਤੇ ਜਦੋਂ ਉਹਨਾਂ ਦੀ ਵੀ ਉਹਨਾਂ ਦੇ ਬਾਰੇ ਲਿਖੀ ਹੋਈ ਵੀ ਉਹ ਆਪਾਂ ਉਹਨਾਂ ਦੀ ਸਟੋਰੀ ਪੜ੍ਹਦੇ ਆ, ਉਹਦੇ ਵਿੱਚ ਵੀ ਉਦਾਂ ਦੀਆਂ ਸੇਮ ਸਾਖੀਆਂ ਜਿਹੜੀਆਂ ਸਾਰੀਆਂ ਸ਼ੁਰੂ ਹੋ ਜਾਂਦੀਆਂ। ਇਹ ਕਿਤੇ ਨਾ ਕਿਤੇ ਬਾਬਾਵਾਦ ਨੂੰ ਵਾਰ-ਵਾਰ ਪ੍ਰਮੋਟ ਕਰਨ ਦੀ ਗੱਲ ਕਹਿ ਦਈਏ, ਪਰ ਸ਼ਬਦ ਵਿੱਚ ਨਾਨਕ ਵਰਤਿਆ ਜਾਏ ਤਾਂ ਉਹਦੀ ਕੋਈ ਵੈਲਿਊ ਹੋਰ ਬਣ ਜਾਂਦੀ ਹੈ। ਇਸ ਕਰਕੇ ਇਹ ਸਹੀ ਗੱਲ ਹੈ ਜੀ। ਦੂਸਰੀ ਗੱਲ ਸਾਡੀ ਇੱਕ ਤਰਾਸਦੀ ਰਹੀ ਹੈ ਜੀ, ਮੈਂ ਅੱਜ ਤੱਕ ਜਿਹੜੀ ਦੇਖਦਾ ਆਇਆ, ਕਿਤੇ ਨਾ ਕਿਤੇ ਹੁਣ ਅਵਤਾਰ ਦੀ ਗੱਲ ਚੱਲੀਏ ਤੇ ਆਪਾਂ ਬਾਬੇ ਨਾਨਕ ਦੇ ਅਵਤਾਰ ਭਾਵ ਜਨਮ ਵੱਲੀ ਆਉਨੇ ਆ। ਹੁਣ ਜਦੋਂ ਜਨਮ ਦੀ ਗੱਲ ਕਰਦੇ ਆ ਤਾਂ ਜਨਮ ਵੀ ਸਿੱਖ ਕੌਮ ਦੀ ਏਡੀ ਤਰਾਸਦੀ ਹੈ ਕਿ 2-2 3-3 ਤਰੀਕਾਂ ਜਿਹੜੀਆਂ ਉਹ ਜਨਮ ਦੀਆਂ ਰੱਖ ਲੀਆਂ ਜਾਂਦੀਆਂ।
ਅੱਜ ਤੱਕ ਸਾਡੀ ਸਿੱਖ ਕੌਮ ਨੂੰ ਇਹ ਕਲੀਅਰ ਨਹੀਂ ਹੈਗਾ ਵੀ ਬਾਬਾ ਨਾਨਕ ਦਾ ਜਿਹੜਾ ਜਨਮ ਹੈ, ਬਾਬਾ ਨਾਨਕ ਦਾ ਜਿਹੜਾ ਉਹ ਆਉਣਾ ਸੰਸਾਰ ਦੇ ਵਿੱਚ, ਉਹ ਵਿਸਾਖ ਦਾ ਹੋਇਆ ਹੈ ਕਿ ਕੱਤਕ ਦਾ ਹੋਇਆ। ਔਰ ਇਹਨਾਂ ਨੇ ਵਿਸ਼ੇਸ਼ ਤੌਰ ਤੇ ਜਿਹੜਾ ਖਾਸ ਤੌਰ ਤੇ ਬਾਲੇ ਵਾਲੀ ਜਨਮ ਸਾਖੀ ਹੈ, ਇਹਨੇ ਬਹੁਤ ਕੱਤਕ ਦਾ ਜ਼ੋਰ ਦਿੱਤਾ ਹੈ। ਇਹਦਾ ਕੀ ਕਾਰਨ ਹੈ ਕਿ ਵਿਸਾਖ ਦੇ ਵਿੱਚ ਹੋਇਆ ਜਨਮ ਜਿਹੜਾ ਅਪ੍ਰੈਲ ਦਾ ਸੀ, ਉਹ ਇਹਨਾਂ ਨੇ ਕੱਤਕ ਦੇ ਜਿਹੜੀ ਪੂਰਨਮਾਸ਼ੀ, ਇੱਕ ਤਾਂ ਪੂਰਨਮਾਸ਼ੀ ਸ਼ਬਦ ਵਾਰ-ਵਾਰ ਜਿਹੜਾ ਜਨਮਾਂ ਦੇ ਨਾਲ ਜੋੜਿਆ ਜਾਂਦਾ ਔਰ ਵਾਰ-ਵਾਰ ਕਿਤੇ ਨਾ ਕਿਤੇ ਇਹ ਕੱਤਕ ਦੀ ਪੂਰਨਮਾਸ਼ੀ ਕਰਕੇ ਇਹਦੇ ਵਿੱਚ ਪ੍ਰਚਾਰਿਆ ਗਿਆ। ਉਹ ਜਿਹੜਾ ਲਿਖ ਕੇ ਕੀ ਸਿੱਧ ਕਰਨਾ ਚਾਹੁੰਦੇ ਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਗੁਰੂ ਨਾਨਕ ਸਾਹਿਬ ਜਿੰਨੀ ਮਹਾਨ ਸ਼ਖਸੀਅਤ ਸੀ, ਉਹਨਾਂ ਦੇ ਉੱਤਮ ਵਿਚਾਰ ਜਿਹੜੇ ਸਾਡੇ ਕੋਲੇ ਅੱਜ ਤੱਕ ਮੌਜੂਦ ਨੇ ਗੁਰਬਾਣੀ ਦੇ ਵਿੱਚ, ਉਹਨਾਂ ਸਾਰੀਆਂ ਗੱਲਾਂ ਨੂੰ ਝੁਠਲਾਉਣ ਵਾਸਤੇ, ਰੱਦ ਕਰਨ ਵਾਸਤੇ ਉਹਨਾਂ ਦੇ ਜਨਮ ਨੂੰ ਕਲੰਕਿਤ ਕੀਤਾ ਹੋਇਆ ਹੈ। ਕਿਉਂਕਿ ਬ੍ਰਾਹਮਣੀ ਵਿਚਾਰਧਾਰਾ ਦੇ ਮੁਤਾਬਕ ਕੱਤਕ ਦੇ ਵਿੱਚ ਜਨਮਿਆ ਹੋਇਆ ਬੱਚਾ ਜਿਹੜਾ ਉਹ ਬਦਸਗਨਾ ਹੁੰਦਾ ਹੈ, ਉਹ ਘਟੀਆ ਹੁੰਦਾ ਹੈ, ਤੇ ਉਹ ਜਿਹੜਾ ਜਨਮ ਲੈਂਦਾ ਤੇ ਮਾਪਿਆਂ ਵਾਸਤੇ ਉਹ ਭਾਰੂ ਹੁੰਦਾ ਹੈ। ਇਹ ਉਹਨਾਂ ਦੀ ਸੋਚ ਹੈ। ਗੁਰੂ ਨਾਨਕ ਸਾਹਿਬ ਨੂੰ ਜਨਮ ਤੋਂ ਹੀ ਘਟੀਆ ਸਿੱਧ ਕਰਨ ਵਾਸਤੇ ਉਹਨਾਂ ਦਾ ਜਿਹੜਾ ਜਨਮ ਹੈ ਉਹ ਕੱਤਕ ਦੇ ਵਿੱਚ ਇਹਨਾਂ ਨੇ ਲਿਖਿਆ। ਹੁਣ ਸਾਰੀਆਂ ਦੀਆਂ ਸਾਰੀਆਂ ਬਾਕੀ ਸਾਖੀਆਂ ਜਿਹੜੀਆਂ ਹੈਗੀਆਂ ਨੇ, ਭਾਵੇਂ ਕਿ ਉਹ 100% ਤਾਂ ਸਹੀ ਨਹੀਂ ਹੈਗੀਆਂ, ਪਰ ਸਾਰੀਆਂ ਸਾਖੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਹੈ ਉਹ ਵਿਸਾਖ ਦਾ ਲਿਖਿਆ ਹੋਇਆ ਹੈ। ਤੇ ਨਾਲ ਇੱਕ ਜਿਹੜੀ ਸਭ ਤੋਂ ਵੱਡਾ ਸਬੂਤ ਮੈਂ ਮਹਿਸੂਸ ਕਰਦਾ ਕਿ ਇਹ ਵੱਧ ਤੋਂ ਵੱਧ ਸਾਡੇ ਭੈਣਾਂ ਭਰਾਵਾਂ ਤੱਕ ਜਾਣੀ ਚਾਹੀਦੀ ਹੈ ਗੱਲ, ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਸੰਪੂਰਨਤਾ ਜਾਂ ਸਿੱਖ ਫੌਜ ਦੀ ਭਰਤੀ ਦਾ ਢੰਗ ਜਿਹੜਾ 1699 ਚ ਅਪਣਾਇਆ, ਉਹ ਵਰਦੀ ਪਹਿਨਾਈ ਹੈ, ਫੌਜ ਤਿਆਰ ਕੀਤੀ ਹੈ। ਉਹ 1699 ਦੀ ਵਿਸਾਖੀ ਕਿਉਂ ਚੁਣਿਆ? ਉਹ ਕਿਹੜਾ ਪਵਿੱਤਰ ਦਿਨ ਸੀ? ਉਹ ਮੈਂ ਜਿੱਥੋਂ ਤੱਕ ਮੇਰੀ ਖੋਜ ਹੈ ਤੇ ਹੋਰਨਾਂ ਵਿਦਵਾਨਾਂ ਨਾਲ ਮੈਂ ਬਹੁਤਿਆਂ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਭਾਵੇਂ ਲਿਖਤ ਦੇ ਰੂਪ ਵਿੱਚ ਤਾਂ ਸਾਨੂੰ ਭਾਵੇਂ ਨਾ ਵੀ ਇਹ ਗੱਲਾਂ ਮਿਲਦੀਆਂ ਹੋਣ, ਪਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਵਿਸਾਖ ਦਾ ਪ੍ਰਕਾਸ਼ ਹੈ, ਜਨਮ ਹੈ, ਤੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਨੇ ਵਿਸਾਖੀ ਨੂੰ ਇਸ ਦਿਨ ਵਾਸਤੇ ਚੁਣਿਆ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਜਨਮ ਦੇ ਨਾਲ ਹੀ ਇਸ ਨਵੀਂ ਵਿਚਾਰਧਾਰਾ ਦੀ ਸਮਝ ਲਓ ਆਮਦ ਹੋਈ ਸੀ, ਤੇ ਸਿਖਰਲੀ ਮੰਜ਼ਿਲ ਤੇ ਪਹੁੰਚਾਉਣ ਵਾਸਤੇ ਫੌਜ ਦੀ ਸਿਰਜਣਾ ਕਰਕੇ ਉਹਨੂੰ ਉਸੇ ਦਿਨ ਤੇ ਗੁਰੂ ਗੋਬਿੰਦ ਸਿੰਘ ਨੇ ਸੰਪੂਰਨ ਕੀਤਾ ਗਿਆ। ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਤੋਂ ਵਧੀਆ ਦਿਨ ਖਾਲਸੇ ਦੀ ਸਾਜਣਾ ਵਾਸਤੇ ਹੋਰ ਕਿਹੜਾ ਹੋ ਸਕਦਾ ਹੈ? ਸਾਨੂੰ ਇਸ ਪਾਸੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਬਾਕੀ ਬਾਲੇ ਵਰਗੇ ਜੋ ਮਰਜ਼ੀ ਲਿਖਦੇ ਰਹਿਣ, ਸਾਨੂੰ ਆਪਣੇ ਆਪ ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪਹਿਲੀ ਗੱਲ ਤਾਂ ਜੇ 1 ਮਿੰਟ ਵਾਸਤੇ ਜੇ ਮੰਨ ਲਈਏ ਕਿ ਕੱਤਕ ਦੇ ਮਹੀਨੇ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਜੇ ਜਨਮ ਹੋਇਆ ਮੰਨ ਲਈਏ, ਤਾਂ ਉਹ ਤਾਂ ਇੱਕ ਪਾਸੇ ਤਾਂ ਭਾਈ ਗੁਰਦਾਸ ਕਹਿੰਦਾ ਵੀ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਜੇ ਕੱਤਕ ਦੇ ਮਹੀਨੇ ਵਿੱਚ ਵੀ ਜਨਮ ਲਿਆ ਤਾਂ ਉਹ ਵੀ ਪਵਿੱਤਰ ਹੋ ਗਿਆ, ਮੰਨ ਲੈਣਾ ਚਾਹੀਦਾ, ਕਿਉਂਕਿ ਉਹ ਮਹਾਨ ਸ਼ਖਸੀਅਤ ਸੀ। ਜਦੋਂ ਵੀ ਉਹਦਾ ਪ੍ਰਕਾਸ਼ ਹੁੰਦਾ ਹੈ ਉਹ ਸਾਰੇ ਪਾਸੇ ਚਾਨਣੀ ਚਾਨਣਾ ਗਿਆਨ ਦਾ ਉਹਨਾਂ ਦੇ ਨਾਲ। ਪਰ ਅਸੀਂ ਇਸ ਸਾਖੀ ਨੂੰ ਰੱਦ ਕਰਕੇ ਇਧਰਲੇ ਪਾਸੇ ਮੁੜ ਕੇ ਲਿਆਈਏ। ਕਰਮ ਸਿੰਘ ਹਿਸਟੋਰੀਅਨ ਨੇ ਵੀ ਲਿਖਿਆ, ਪਾਲ ਸਿੰਘ ਪੁਰੇਵਾਲ ਨੇ ਸਾਰੇ ਸਬੂਤ ਦੇ ਦਿੱਤੇ, ਪਰ ਬਹੁਤ ਸ਼ਰਮ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਕੋਲੇ ਕੋਈ ਵਿਦਵਾਨਾਂ ਦੀ ਇਹੋ ਜਿਹੀ ਟੀਮ ਨਹੀਂ ਹੈ ਜਿਹੜਾ ਇਹਨਾਂ ਚੀਜ਼ਾਂ ਤੇ ਵਿਚਾਰ ਕਰੇ, ਮਸਲੇ ਹੱਲ ਕਰੇ। ਮੈਂ ਖੁਦ ਪਾਲ ਸਿੰਘ ਪੁਰੇਵਾਲ ਦੀਆਂ ਜਿਹੜੇ ਕੈਲੰਡਰ ਲਾਗੂ ਕਰਨ ਦੀਆਂ ਵਿਦਵਾਨਾਂ ਦੀਆਂ ਮੀਟਿੰਗਾਂ ਸੀ, ਮੈਂ ਉਹਨਾਂ ਦੇ ਵਿੱਚ ਖੁਦ ਜਾਂਦਾ ਰਿਹਾ। ਉੱਥੇ ਸ਼ੋਰ ਸ਼ਰਾਬੇ ਤੋਂ ਸਿਵਾਏ ਕੁਝ ਵੀ ਨਹੀਂ ਸੀ ਹੁੰਦਾ, ਵਿਦਵਾਨ ਘੱਟ ਹੁੰਦੇ ਸੀ ਤੇ ਡਾਂਗਾ ਸੋਟਿਆਂ ਵਾਲੇ ਨਿਹੰਗ ਤੇ ਟਕਸਾਲੀਏ ਜ਼ਿਆਦੇ ਹੁੰਦੇ ਸੀ। ਸਾਡੇ ਵਰਗਿਆਂ ਨੂੰ ਬੋਲਣ ਤੋਂ ਵੀ ਰੋਕਦੇ ਸੀ, ਆਪਣੀਆਂ ਮਨਮਾਨੀਆਂ ਕਰਦੇ ਸੀ। ਤੋਂ ਅਸਲੀ ਜਨਮ ਦਿਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਸਾਖ ਦਾ ਸੀ, ਉਹਨੂੰ ਅੱਜ ਤੱਕ ਸ਼੍ਰੋਮਣੀ ਕਮੇਟੀ ਵੀ ਲਾਗੂ ਨਹੀਂ ਕਰ ਸਕੀ, ਤੇ ਥਾਂ ਥਾਂ ਤੇ ਲੋਕ ਦੋ ਵਾਰੀ ਜਾਂ 3 ਵਾਰੀ ਕੋਈ ਕੱਤਕ ਦੇ ਵਿੱਚ, ਕੋਈ ਵਿਸਾਖ ਦੇ ਵਿੱਚ ਉਹ ਮਨਾਉਂਦੇ ਫਿਰ ਰਹੇ ਨੇ, ਜਿਹੜਾ ਕਿ ਬਹੁਤ ਸਾਡੇ ਵਾਸਤੇ ਦੁਖਦਾਈ ਗੱਲ ਹੈ। ਜੀ ਇੱਕ ਗੱਲ ਮੈਂ ਹੋਰ ਇਹਦੇ ਵਿੱਚ ਐਡ ਕਰਨੀ ਚਾਹੁੰਦਾ ਸਵਾਲੀਆ ਰੂਪ ਦੇ ਵਿੱਚ। ਡਾਕਟਰ ਦਲਗੀਰ ਦੀ ਵੀ ਮੈਂ ਸਿੱਖ ਤਵਾਰੀਖ ਪੜ੍ਹ ਰਿਹਾ ਸੀ, ਉਹਨੇ ਵੀ ਕਿਤੇ ਨਾ ਕਿਤੇ ਜ਼ੋਰ ਦੇ ਦਿੱਤਾ, ਕਹਿੰਦਾ ਇਹ ਕਰਮ ਸਿੰਘ ਹਿਸਟੋਰੀਅਨ ਦੀ ਗਲਤੀ ਹੈ ਕਿ ਉਹਨੇ ਉਹਨੂੰ ਵਿਸਾਖ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਬੱਚੇ ਨੂੰ ਨੈਸ਼ ਮੰਨਿਆ ਜਾਂਦਾ ਜਿਹੜਾ ਕੱਤਕ ਦੀ ਪੂਰਨਮਾਸ਼ੀ ਨੂੰ ਜਿਹੜਾ ਪੈਦਾ ਹੁੰਦਾ। ਉਹ ਕਹਿੰਦਾ ਇਹ ਤਾਂ ਬੜੀ ਵੱਡੀ ਗੱਲ ਸੀ ਕਿ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਪੈਦਾ ਹੋਏ, ਤੇ ਉਹਨਾਂ ਨੇ ਸਿੱਧ ਕਰ ਦਿੱਤਾ ਵੀ ਇਹ ਤਾਂ ਉਲਟਾ ਪੱਖ ਹੈ, ਵੀ ਅਸੀਂ ਤਾਂ ਕੋਈ ਵੀ ਮਨੁੱਖ ਇਸ ਦਿਨ ਪੈਦਾ ਹੋ ਕੇ ਵੀ ਚੰਗੇ ਕੰਮ ਕਰ ਸਕਦਾ ਹੈ। ਉਹਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਕਿਉਂਕਿ ਕਿਤੇ ਨਾ ਕਿਤੇ ਤਾਂ ਅਸੀਂ ਬਿਲਕੁਲ ਇਹਨਾਂ ਜਨਮ ਸਾਖੀਆਂ ਨੂੰ ਰੱਦ ਕਰਦੇ ਦਿਖਦੇ ਹਾਂ, ਤੇ ਕਿਤੇ ਦਲਗੀਰ ਵਰਗੇ ਜਿਹੜੇ ਆਪਣੇ ਆਪ ਨੂੰ ਸਿੱਖ ਰਿਸਰਚ ਦੇ ਉਹ ਹੈੱਡ ਦੇ ਤੌਰ ਤੇ ਕੰਮ ਕਰਦਿਆਂ ਹੋਇਆਂ ਵਿਖਾਉਂਦੇ ਆ, ਰਿਸਰਚ ਬੋਰਡ ਵੱਲੋਂ ਵਿਖਾਉਂਦੇ ਆ, ਤੇ ਉਹਨਾਂ ਦੀ ਤਵਾਰੀਖ ਦੇ ਵਿੱਚ ਵੀ ਅਜਿਹੀਆਂ ਗੱਲਾਂ ਪੜ੍ਹਨ ਨੂੰ ਮਿਲ ਜਾਂਦੀਆਂ ਜਿਹੜੀਆਂ ਕਿ ਏਦਾਂ ਲੱਗਦਾ ਵੀ ਆਪਸ ਦੇ ਵਿੱਚ ਸਾਡਾ ਪੂਰਾ
ਜਿਵੇਂ ਉਹ ਕਹਿੰਦੇ ਆ ਨਾ, ਇੱਟ ਕੁੱਤੇ ਦਾ ਵੈਰ ਚੱਲ ਰਿਹਾ ਹੋਵੇ, ਵੀ ਕਿਤੇ ਤਾਂ ਅਸੀਂ ਪ੍ਰੋੜਤਾ ਕਰ ਦੇਣੀ ਕਿਸੇ ਸਾਖੀ ਦੀ, ਤੇ ਕਦੇ ਅਸੀਂ ਬਿਲਕੁਲ ਹੀ ਕਿਸੇ ਚੀਜ਼ ਨੂੰ ਨਕਾਰ ਦੇਣਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹਦਾ ਜ਼ਿਆਦਾ ਕਾਰਨ ਇਹ ਹੈ ਕਿ ਦਲਗੀਰ ਜੀ ਨਾਲੇ ਤਾਂ ਕਹਿੰਦੇ ਨੇ ਬਾਲੇ ਵਾਲੀ ਜਨਮ ਸਾਖੀ ਹੈ, ਪਰ ਨਾਲੇ ਇਹ ਕਹਿੰਦੇ ਨੇ ਜਦੋਂ ਬਚਣਾ ਹੋਵੇ, ਆਪਣੇ ਆਪ ਨੂੰ ਬਚਾਉਣਾ ਹੋਵੇ, ਵੀ ਅਸਲੀ ਜਨਮ ਸਾਖੀ ਤਾਂ ਗੁੰਮ ਹੋ ਗਈ ਹੈ, ਇਹ ਨਕਲੀ ਜਨਮ ਸਾਖੀ ਹੈ। ਫਿਰ ਭਾਈ ਦਲਗੀਰ ਜੀ, ਤੁਹਾਡੇ ਕੋਲੇ ਅਸਲੀ ਕਦੋਂ ਸੀ ਤੇ ਤੁਸੀਂ ਉਹ ਅਸਲੀ ਸਾਖੀ ਕਿੱਥੋਂ ਦੇਖੀ? ਤੇ ਤੁਹਾਡੇ ਕੋਲੇ ਉਹਦੀ ਕਾਪੀ ਮੂਲ ਰੂਪ ਦੇ ਵਿੱਚ ਹੋਣੀ ਚਾਹੀਦੀ ਸੀ ਤਾਂ ਕਿ ਲੋਕਾਂ ਕੋਲੇ ਸਬੂਤ ਪੇਸ਼ ਕੀਤਾ ਜਾ ਸਕੇ, ਪਰ ਇਸ ਤਰ੍ਹਾਂ ਉਹ ਕਰ ਨਹੀਂ ਸਕਦਾ। ਸੋ ਆਪ ਉਹ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਹੀ ਇਕੱਲਾ ਦੁਬਿਧਾ 'ਚ ਨਹੀਂ ਫਸਿਆ ਹੋਇਆ, ਅੱਗੋਂ ਦੁਬਿਧਾ ਭਾਈ ਹਰਜਿੰਦਰ ਸਿੰਘ ਦਲਗੀਰ ਦੀ ਇਹ ਵੀ ਹੈ ਕਿ ਉਹ ਗੁਰੂ ਸਾਹਿਬ ਦੇ ਕਈ ਵਿਆਹ ਵੀ ਮੰਨਦਾ ਹੈ, ਖਾਸ ਕਰਕੇ ਗੁਰੂ ਗੋਬਿੰਦ ਸਿੰਘ ਦੇ 3 ਵਿਆਹਾਂ ਨੂੰ ਉਹ ਮਾਨਤਾ ਦਿੰਦਾ ਹੈ। ਤੇ ਜਦੋਂ ਉਹਦੇ ਅੱਗੇ ਕੁਝ ਸ਼ਰਤਾਂ ਮੈਂ ਆਪ ਖੁਦ ਰੱਖੀਆਂ ਨੇ, ਉਹਨਾਂ ਦਾ ਜਵਾਬ ਦੇਣ ਨੂੰ ਇਨਕਾਰੀ ਹੋ ਜਾਂਦਾ ਹੈ। ਫਿਰ ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਵੱਡਾ, ਉਹਦਾ ਵਿਆਹ ਹੋਇਆ ਵੀ ਉਹ ਆਪਣੇ ਹਿਸਾਬ ਨਾਲ ਆਪਣੇ ਇਤਿਹਾਸ ਵਿੱਚ ਵਿਖਾਉਂਦਾ ਹੈ, ਤੇ ਉਹਦੇ ਘਰ ਉਹਦੀ ਸ਼ਹੀਦੀ ਤੋਂ ਬਾਅਦ ਉਹਦੀ ਪਤਨੀ ਦੇ ਇੱਕ ਬੱਚਾ ਵੀ ਪੈਦਾ ਹੁੰਦਾ ਹੈ ਤੇ ਉਹਦਾ ਖਾਨਦਾਨ ਚੱਲਦਾ ਵੀ ਵਿਖਾਉਂਦਾ ਹੈ। ਇਸ ਤਰ੍ਹਾਂ ਬਹੁਤ ਥਾਵਾਂ ਤੇ ਦਲਗੀਰ ਜੀ ਆਪਣੇ ਅਸਲ ਅਸੂਲ ਤੋਂ ਥਿੜਕ ਜਾਂਦਾ ਹੈ, ਕੁਰਾਹੇ ਪੈ ਜਾਂਦਾ ਹੈ। ਜਦੋਂ ਉਹਨੂੰ ਇਸ ਕੰਮ ਤੋਂ ਰੋਕੀਏ ਤਾਂ ਗੁੱਸੇ 'ਚ ਵੀ ਆ ਜਾਂਦਾ ਹੈ, ਦਲੀਲ ਦੇ ਨਾਲ ਕੋਈ ਜਵਾਬ ਨਹੀਂ ਦਿੰਦਾ। ਮੈਂ ਇਸ ਗੱਲ ਨੂੰ ਸਮਝਦਾ ਕਿ ਉਹਨੇ ਮਿਹਨਤ ਕੀਤੀ ਹੈ, ਬਹੁਤ ਕੁਝ ਚੰਗਾ ਵੀ ਲਿਖਿਆ ਹੈ, ਪਰ ਇਹੋ ਜਿਹੀਆਂ ਗਲਤ ਚੀਜ਼ਾਂ ਵੀ ਬਹੁਤ ਉਹਦੇ ਇਤਿਹਾਸ ਦੇ ਵਿੱਚ ਲਿਖੀਆਂ ਨੇ। ਚੰਗੀਆਂ ਚੀਜ਼ਾਂ ਚੁਣ ਲਓ ਤੇ ਰੱਦ ਕਰਨ ਵਾਲੀਆਂ ਗੱਲਾਂ ਅਸੀਂ ਆਪ ਰੱਦ ਕਰਨ ਦੇ ਯੋਗ ਬਣੀਏ, ਪਛਾਣ ਕਰਨ ਦੀ ਯਤਨ ਕਰੀਏ ਕਿ ਸਾਡੇ ਵਾਸਤੇ, ਸਿੱਖ ਸਮਾਜ ਵਾਸਤੇ ਕਿਹੜੀ ਗੱਲ ਲਾਹੇਵੰਦ ਹੈ ਤੇ ਕਿਹੜੀ ਨੁਕਸਾਨਦੇਹ ਹੈ। ਇਹਦਾ ਮਤਲਬ ਸਾਨੂੰ ਜਿਹੜਾ ਅੱਜ ਤੱਕ, ਜਿਵੇਂ ਹੁਣ ਮੰਨ ਲਓ ਸ਼੍ਰੋਮਣੀ ਕਮੇਟੀ ਹੈ ਜੋ ਕਿ ਜਿਹੜਾ ਬਾਬਾ ਨਾਨਕ ਜੀ ਦਾ ਜਨਮ ਦਿਹਾੜਾ ਉਹ ਅਕਸਰ ਨਵੰਬਰ ਦੇ ਵਿੱਚ ਮਨਾਉਂਦੀ ਹੋਈ ਦਿਖਦੀ ਹੈ, ਔਰ ਇਹ ਵਾਰ-ਵਾਰ ਜਾਣ-ਬੁੱਝ ਕੇ ਕੱਤਕ ਦੇ ਉਹ ਕੈਲੰਡਰ ਵਾਲਾ ਜਿਹੜਾ ਸਿਲਸਿਲਾ ਚੱਲ ਰਿਹਾ। ਗੱਲ ਤਾਂ ਇਹ ਸਾਡਾ ਵੀ ਕੈਲੰਡਰ ਹੀ ਹਾਲੇ ਤੱਕ ਜਦੋਂ ਇਹਨਾਂ ਨੇ ਬਚਨ ਨਹੀਂ ਦਿੱਤਾ ਔਰ ਸਾਹਮਣੇ ਨਹੀਂ ਲਿਆਉਣ ਦਿੱਤਾ। ਪੁਰੇਵਾਲ ਜਿੰਨਾ ਮਰਜ਼ੀ ਕੰਮ ਕਰੇ ਫਿਰ, ਜਾਂ ਕੋਈ ਹੋਰ ਮਿਹਨਤ ਕਰਨ ਵਾਲੇ ਸੱਜਣ ਇਹਨੂੰ ਜ਼ੋਰ ਲਾਉਂਦੇ ਰਹਿਣ ਕਿ ਭਾਈ ਕਿਤੇ ਨਾ ਕਿਤੇ ਸਾਡੀਆਂ ਗੁਰਦੁਆਰਾ ਕਮੇਟੀਆਂ ਜਿੱਥੇ ਅਕਾਲ ਤਖਤ ਮਾਨ ਹੈ, ਉਹਨਾਂ ਨੇ ਇਸ ਗੱਲ ਦਾ ਪਿੱਛਾ ਹੀ ਨਹੀਂ ਛੱਡਣਾ, ਤੇ ਇਸ ਗੱਲ ਨੂੰ ਮੁੱਖ ਰੱਖ ਕੇ ਵੀ ਉਹ ਇਹਦੇ ਗੁਲਾਮ ਜੇ ਹੋਏ ਇੱਕ ਥਾਂ ਤੇ ਨਜ਼ਰ ਪੈਂਦੇ ਆ, ਤੇ ਵਾਰ-ਵਾਰ ਉਹ ਕਹਿੰਦੇ ਲੈ ਸ਼੍ਰੋਮਣੀ ਕਮੇਟੀ ਜਦੋਂ ਏਦਾਂ ਕਰਦੀ, ਉਹਨਾਂ ਦੇ ਛਪੇ ਕੈਲੰਡਰ ਜਦੋਂ ਏਦਾਂ ਪਹੁੰਚਦੇ ਆ, ਫਿਰ ਅਸੀਂ ਇਸ ਗੱਲ ਨੂੰ ਕਿਵੇਂ ਮੰਨ ਲਈਏ? ਤੇ ਕਿਉਂਕਿ ਇਹ ਜਿਹੜਾ ਨਾਨਕਸ਼ਾਹੀ ਸ਼ਬਦ ਹੈ ਨਾ, ਨਾਨਕਸ਼ਾਹੀ ਕੈਲੰਡਰ, ਇਹ ਤਾਂ ਇੱਕ ਸ਼ਬਦ ਹੈ। ਜਿਵੇਂ ਕਿਸੇ ਵੀ ਥਾਂ ਤੇ ਦਸਮ ਗ੍ਰੰਥ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾ ਕੇ ਉਹਨੂੰ ਬਾਣੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਸਿੱਧ ਕੀਤਾ ਗਿਆ, ਉਵੇਂ ਕੈਲੰਡਰ ਦੇ ਉੱਤੇ ਲਿਖਦਿਆਂ, ਨਾਨਕਸ਼ਾਹੀ ਕੈਲੰਡਰ ਲਿਖਣ ਲੱਗਿਆ ਕਿਹੜਾ ਸਾਡਾ ਜ਼ੋਰ ਲੱਗਦਾ? 2 ਮਿੰਟ ਦੇ ਵਿੱਚ ਅਸੀਂ ਉਹਦੀ ਛਪਾਈ ਕਰਾ ਕੇ ਲੋਕਾਂ ਤੱਕ ਆਪਣਾ ਜਿਹੜਾ ਗਲਤ ਮੈਸੇਜ ਆ ਉਹ ਕਨਵੇ ਕਰਦੇ ਦਿਖ ਰਹੇ ਹਾਂ। ਸੋ ਮੈਂ ਅੱਗੇ ਪਹੁੰਚਦਾ ਜੀ। ਅਗਲੀ ਗੱਲ ਜਿਹੜੀ ਇਹਨੂੰ ਨਾ ਥੋੜਾ ਜਿਹਾ ਇੱਕ ਹੋਰ ਆਪਾਂ ਇਹਦੇ 'ਚ ਵਿਚਾਰ, ਛੋਟੀ ਜਿਹੀ ਗੱਲ ਰਹਿ ਗਈ ਵਿਚਾਲੇ ਜੀ, ਉਹ ਹੈ ਕਿ ਇਹ ਕੈਲੰਡਰ ਲਾਗੂ ਨਾ ਹੋਣ ਦਾ ਇੱਕ ਹੋਰ ਵੱਡਾ ਕਾਰਨ ਇਹ ਸੀ, ਜਿਹੜਾ ਨਾਨਕਸ਼ਾਹੀ ਕੈਲੰਡਰ ਆਪਾਂ ਕਹਿੰਦੇ ਆ ਜੀ, ਉਹ ਜਿਹੜੇ ਡੇਰੇਦਾਰ ਸਾਧ ਸੰਤ ਨੇ ਉਹਨਾਂ ਨੇ ਆਪਣੀਆਂ ਜੰਤਰੀਆਂ ਛਪਾ ਕੇ ਵੰਡਣੀਆਂ ਹੁੰਦੀਆਂ ਸੀ। ਉਹਨਾਂ ਜੰਤਰੀਆਂ ਦੇ ਵਿੱਚ ਸਾਧਾਂ ਦੀ ਮਹਾਨਤਾ ਦੇ ਝੂਠੇ ਗੁਣ ਗਾਇਨ ਵੀ ਕੀਤੇ ਹੁੰਦੇ ਸੀ, ਉਹਨਾਂ ਦੀਆਂ ਕਰਾਮਾਤੀ ਕਹਾਣੀਆਂ ਦੇ ਵੀ, ਉਹਨਾਂ ਦੇ ਗੁਟਕਿਆਂ ਦੇ, ਉਹਨਾਂ ਦੀਆਂ ਜੀਵਨੀਆਂ ਦੇ, ਤੇ ਉਹਨਾਂ ਦੀਆਂ ਡੇਰਿਆਂ ਦੀਆਂ ਮਰਿਆਦਾਵਾਂ ਦੇ, ਤੇ ਉਹਨਾਂ ਨੇ ਜੋ ਹੋਰ ਨਿੱਕ ਸੁੱਕ ਉੱਥੇ ਵੇਚਣਾ ਸੀ ਤੇ ਲੋਕਾਂ ਨੂੰ ਲੁੱਟਣਾ ਸੀ। ਅਖੰਡ ਪਾਠਾਂ ਦੀਆਂ ਲੜੀਆਂ ਅਸੀਂ ਐਂ ਚਲਾਉਨੇ ਆ, ਸਿਮਰਨ ਅਸੀਂ ਐਂ ਕਰਾਉਨੇ ਆ। ਉਹਨਾਂ ਵੱਲੋਂ ਜੋ ਸਾਲਾਨਾ ਜੰਤਰੀਆਂ ਛਪਦੀਆਂ ਸੀ, ਉਹ ਜੰਤਰੀਆਂ ਦਾ ਕੂੜ ਕਵਾੜ ਮੁੜ ਕੇ ਲੋਕਾਂ ਦੇ ਹੱਥਾਂ 'ਚ ਨਹੀਂ ਜਾਣਾ ਸੀ। ਜੇ ਇੱਕੋ ਹੀ ਤਰੀਕ ਨਿਸ਼ਚਿਤ ਹੋ ਜਾਂਦੀ, ਸ਼੍ਰੋਮਣੀ ਕਮੇਟੀ ਵੱਲੋਂ ਪਾਲ ਸਿੰਘ ਪੁਰੇ ਵਾਲਾ ਕੈਲੰਡਰ ਮਨਜ਼ੂਰ ਕਰਕੇ ਛਪਵਾ ਕੇ ਲੋਕਾਂ ਤੱਕ ਵੰਡਿਆ ਜਾਂਦਾ, ਤੇ ਥੋੜੇ ਜਿਹੇ ਸਮੇਂ ਦੌਰਾਨ ਲੋਕਾਂ ਨੂੰ ਤਰੀਕਾਂ ਪੱਕੀ ਤਰ੍ਹਾਂ ਯਾਦ ਹੋ ਜਾਣੀਆਂ ਸੀ। ਉਹ ਜਿਹੜਾ ਡੇਰੇਦਾਰਾਂ ਦਾ ਕੂੜ ਕਵਾੜ ਜਿਹੜਾ ਜੰਤਰੀਆਂ ਦੇ ਵਿੱਚ ਛਪਿਆ ਸੀ, ਉਹਦੇ ਤੋਂ ਲੋਕਾਂ ਨੇ ਬਚ ਜਾਣਾ ਸੀ, ਪਰ ਉਹਨਾਂ ਡੇਰੇਦਾਰਾਂ ਦੀ ਆਮਦਨ ਘਟ ਜਾਣੀ ਸੀ। ਇਸੇ ਕਰਕੇ ਉਹਨਾਂ ਨੇ ਪਿੱਟ ਸਿਆਪਾ ਪਾਇਆ ਵੀ ਸਾਡੀ ਆਮਦਨ ਦੇ ਵਿੱਚ ਫਰਕ ਨਾ ਕਿਤੇ ਪੈ ਜਾਵੇ। ਸ਼੍ਰੋਮਣੀ ਕਮੇਟੀ ਉਹਨਾਂ ਅੱਗੇ ਝੁਕ ਗਈ, ਹਾਰ ਗਈ ਜੀ। ਬਾਕੀ ਇਹ ਗੱਲ ਵੀ ਮੈਨੂੰ ਏਦਾਂ ਲੱਗਦੀ, ਇਹ ਤਾਂ ਚਲੋ ਧੰਦੇ ਦੀ ਗੱਲ ਰਹੀ ਕਿ ਉਹਨਾਂ ਦੇ ਧੰਦੇ ਵਿੱਚ ਫਰਕ ਪੈ ਰਿਹਾ। ਕਿਤੇ ਨਾ ਕਿਤੇ ਜਿਹੜਾ ਹੈਗਾ, ਜਿਵੇਂ ਮੰਨ ਲਓ ਇੱਕ ਹੋਰ, ਮੈਂ ਫੇਰ ਮਾਫ ਕਰਨਾ ਦਲਗੀਰ ਵੱਲੀ ਜਾਨਾ, ਉਹਨਾਂ ਨੇ ਵੀ ਪੁਰੇਵਾਲ ਦੇ ਕੈਲੰਡਰ ਤੇ ਕਾਂਟਾ ਮਾਰਤਾ। ਕਿਤੇ ਨਾ ਕਿਤੇ ਸਾਡਾ ਆਪਸੀ ਵਿਰੋਧਾਭਾਸ ਜਿਹੜਾ ਚੱਲਦਾ ਰਹਿਣ ਕਰਕੇ ਸਾਨੂੰ ਕਦੇ ਕਲੀਅਰ ਹੀ ਨਹੀਂ ਹੋਣ ਦਿੱਤਾ ਜਾਂਦਾ। ਵਿਦਵਾਨ ਬੰਦਾ ਅਸੀਂ ਕਿਹਨੂੰ ਮੰਨੀਏ ਪਹਿਲਾਂ?
ਇਹੀ ਸਾਨੂੰ ਕਲੀਅਰ ਨਹੀਂ ਹੈਗਾ। ਜਣਾ ਖਣਾ ਸਾਡੇ ਵਿੱਚ ਵਿਦਵਾਨ ਬਣ ਕੇ ਸਾਹਮਣੇ ਆ ਜਾਂਦਾ, 4 ਕਿਤਾਬਾਂ ਲਿਖ ਕੇ ਬੰਦਾ ਆਪਣੇ ਆਪ ਨੂੰ, ਇੱਕ ਕਿਤਾਬ ਲਿਖ ਕੇ ਕੋਈ, ਪਰ ਉਹਦਾ ਕੋਈ ਟੌਪਿਕ ਨਹੀਂ ਹੁੰਦਾ, ਕੋਈ ਸਿਰ ਨਹੀਂ ਹੁੰਦਾ, ਕੋਈ ਪੈਰ ਨਹੀਂ ਹੁੰਦਾ। ਤੇ ਜਿਹੜੇ ਪੜ੍ਹਨ ਵਾਲੇ ਵੀ, ਵੈਸੇ ਤਾਂ ਅੱਜ ਕੱਲ ਪੜ੍ਹਾਈ ਤਾਂ ਜਿਵੇਂ ਆਪ ਜੀ ਨੇ ਗੱਲ ਕੀਤੀ ਹੈ ਕਿ ਪੜ੍ਹਨ ਲਿਖਣ ਦਾ ਤਾਂ ਸਾਡੇ 'ਚ ਵੈਸੇ ਰੁਝਾਨ ਹੈ ਨਹੀਂ ਹੈ। ਲੋਕ ਜਿਹੜੇ ਆ ਉਹ ਕਿਸੇ ਨੂੰ ਵੀ ਵਿਦਵਾਨ ਬਣਾ ਕੇ ਬੈਠੇ, ਪੁਰਾਣੇ ਸਾਧਾਂ ਨੂੰ ਵਿਦਵਾਨ ਬਣਾ ਕੇ ਬੈਠੇ, ਉਹ ਸਾਡੇ ਸਿਰ ਮੜੇ ਹੋਏ ਆ। ਅਗਲੀ ਗੱਲ ਮੈਂ ਮਾਫ ਕਰਨਾ ਇਹਦੇ ਵੱਲ ਹੀ ਕਰਦਾ ਕਿ ਅਸੀਂ ਕਿਵੇਂ ਪੜਚੋਲ ਕਰ ਲਈਏ ਕਿ ਆਹ ਬੰਦਾ ਵਿਦਵਾਨ ਹੈ, ਆਹ ਬੰਦਾ ਠੀਕ ਗੱਲ ਕਰ ਰਿਹਾ ਹੋਏਗਾ, ਤੇ ਜਾਂ ਇਹਨੂੰ ਹੁਣ ਅਸੀਂ ਜਿਹੜੀ ਤਰੀਕ ਚੰਗੀ ਸਾਡੇ ਤੱਕ ਪਹੁੰਚ ਸਕੇ, ਇਹਦੇ ਬਾਰੇ ਕਿਵੇਂ ਆਪਾਂ ਕਲੈਰੀਫਿਕੇਸ਼ਨ ਜਿਹੜਾ ਉਹ ਅੱਗੇ ਲਿਆ ਸਕਦੇ ਹਾਂ? ਗੁਰਬਾਣੀ 'ਚ ਪੰਕਤੀਆਂ ਆਉਂਦੀਆਂ ਨੇ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜਕੈ ਬੁੱਝੀ ਹੈ, ਅਕਲੀ ਕੀਚੈ ਦਾਨ, ਨਾਨਕ ਆਖੈ ਰਾਹ ਇਹ ਹੋਰ ਗੱਲਾਂ ਸ਼ੈਤਾਨ। ਜੀ, ਜਿੱਦਣ ਅਸੀਂ ਅਕਲਮੰਦ ਬਣ ਗਏ ਤਾਂ ਅਸੀਂ ਜ਼ਿੰਦਗੀ ਦੇ ਸਾਰੇ ਤਰ੍ਹਾਂ ਦੇ ਫੈਸਲੇ ਕਰਨ ਦੇ ਯੋਗ ਹੋ ਜਾਵਾਂਗੇ। ਅਸੀਂ ਸਾਡੇ ਜਿਹੜਾ ਗਲ ਮੜਿਆ ਜਾ ਰਿਹਾ ਗਲਤ ਅਤੇ ਠੀਕ, ਉਹਦੀ ਪਛਾਣ ਕਰਨ ਦੇ ਯੋਗ ਹੋ ਜਾਵਾਂਗੇ। ਅਸੀਂ ਆਰਥਿਕ ਪੱਖੋਂ ਵੀ ਜਿਹੜਾ ਅੱਗੇ ਵੱਧ ਜਾਵਾਂਗੇ। ਵਿੱਦਿਆ ਦੇ ਖੇਤਰ ਵਿੱਚ ਵੀ ਕਿ ਕਿਹੜੀ ਪੜ੍ਹਾਈ ਕਰਨੀ ਹੈ ਤੇ ਅਸੀਂ ਕਿਹੜੀ ਨਹੀਂ ਕਰਨੀ, ਤਾਂ ਕਿ ਅਸੀਂ ਅੱਜ ਦੇ ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਤਿਆਰ ਕਰ ਸਕੀਏ, ਉਹਦਾ ਵੀ ਅਸੀਂ ਫੈਸਲਾ ਲੈਣ ਦੇ ਯੋਗ ਹੋ ਜਾਵਾਂਗੇ। ਗੱਲ ਹੈ ਕਿ ਮਾਨਸਿਕ ਵਿਕਾਸ ਕਰਨ ਦੀ, ਵਿੱਦਿਆ ਵੱਧ ਤੋਂ ਵੱਧ ਹਾਸਲ ਕਰਨ ਦੀ, ਗੁਰੂ ਸਾਹਿਬ ਦੇ ਪਰਉਪਕਾਰਾਂ ਨੂੰ ਸਮਝਣ ਦੀ, ਗੁਰਬਾਣੀ ਦੇ ਅਸੂਲਾਂ ਨੂੰ ਸਮਝਣ ਦੀ, ਇਹ ਸਾਰਾ ਕੁਝ ਅਸੀਂ ਤਾਂ ਕਰ ਸਕਾਂਗੇ ਜੇ ਸਾਡਾ ਮਾਨਸਿਕ ਵਿਕਾਸ ਹੋਵੇਗਾ। ਇੱਥੇ ਇੱਕ ਗੱਲ ਮੈਨੂੰ ਬਾਰ-ਬਾਰ ਕਹਿਣ ਨੂੰ ਦਿਲ ਕਰਦਾ ਹੈ ਕਿ ਜਿਹੜੀ ਇਹ ਸਾਡੇ ਸਾਰਿਆਂ ਤੇ ਲਾਗੂ ਹੁੰਦੀ ਹੈ ਕਿ ਜਿਸ ਇਨਸਾਨ ਕੋਲੇ ਪਹਿਲਾਂ ਥੋੜੀ ਜੀ ਅਕਲ ਹੈ ਉਹ ਹੋਰ ਅਕਲ ਲੈ ਕੇ ਵੱਡਾ ਅਕਲਮੰਦ ਬਣ ਸਕਦਾ ਹੈ, ਪਰ ਜਿਹਦਾ ਪਹਿਲਾਂ ਹੀ ਅਕਲ ਵਾਲਾ ਦਰਵਾਜ਼ਾ ਬੰਦ ਹੈ ਉਹਨੂੰ ਕਿਸੇ ਤਰ੍ਹਾਂ ਵੀ ਹੋਰ ਅਕਲ ਨਹੀਂ ਦਿੱਤੀ ਜਾ ਸਕਦੀ। ਸੋ ਜਿਨ੍ਹਾਂ ਦੇ ਅੰਦਰ ਥੋੜਾ ਜੀ ਵੀ ਅਕਲ ਹੈ ਉਹ ਉਸ ਅਕਲ ਨੂੰ ਵਧਾਉਣ ਵਾਸਤੇ ਉਪਰਾਲਾ ਕਰਨ, ਵਿਦਵਾਨਾਂ ਨੂੰ ਸੁਣਨ, ਕਿਤਾਬਾਂ ਪੜ੍ਹਨ, ਜਿੱਥੋਂ ਕਿਤੋਂ ਕੋਈ ਚੰਗੀ ਚੀਜ਼ ਮਿਲਦੀ ਹੈ ਉਹ ਪ੍ਰਾਪਤ ਕਰਨ ਤੇ ਆਪ ਪ੍ਰੈਕਟੀਕਲ ਤੌਰ ਤੇ ਕੰਮ ਕਰਨ। ਤੇ ਉਹ ਕੰਮਾਂ ਦੇ ਵਿੱਚ ਵੀ ਹੋ ਸਕਦਾ ਹੈ ਕਈ ਵਾਰੀ ਬੰਦਾ ਫੇਲ ਵੀ ਹੁੰਦਾ ਹੈ, ਪਰ ਫਿਰ ਵੀ ਉਹਨੇ ਹੌਸਲਾ ਨਹੀਂ ਹਾਰਨਾ, ਲਗਾਤਾਰ ਮਿਹਨਤ ਕਰਕੇ ਕਾਮਯਾਬੀ ਪ੍ਰਾਪਤ ਕਰਨ ਦਾ ਉਪਰਾਲਾ ਕਰਨਾ ਹੈ। ਇਸੇ ਤਰ੍ਹਾਂ ਆਪਾਂ ਠੀਕ ਅਤੇ ਗਲਤ ਦੀ ਪਛਾਣ ਕਰਨ ਯੋਗੇ ਹੋ ਜਾਵਾਂਗੇ। ਨਹੀਂ ਤਾਂ ਅੱਜ ਸਟੇਜ ਤੇ ਜੋ ਮਰਜ਼ੀ ਕੋਈ ਕੂੜ ਕਬਾੜ ਬੋਲ ਜਾਵੇ, ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਆ ਠੀਕ ਹੈ ਕਿ ਗਲਤ ਹੈ, ਸਿਰ ਵੀ ਸੁੱਟੀ ਬੈਠੇ ਰਹਿੰਦੇ ਨੇ, ਵਾਗਰੂ ਵਾਗਰੂ ਕਰੀ ਜਾਂਦੇ ਨੇ ਤੇ ਬੋਲਣ ਵਾਲੇ ਦੇ ਅੱਗੇ ਪੈਸੇ ਵੀ ਰੱਖੀ ਜਾਂਦੇ ਨੇ ਤੇ ਆਪਣਾ ਟਾਈਮ ਖਰਾਬ ਕਰਕੇ ਜੇਬ ਖਾਲੀ ਕਰਵਾ ਕੇ ਘਰਾਂ ਨੂੰ ਆ ਜਾਂਦੇ ਨੇ। ਲੰਮੇ ਸਮੇਂ ਤੋਂ ਇਹੀ ਕੁਝ ਹੁੰਦਾ ਆ ਰਿਹਾ ਹੈ। ਆਪਣੇ ਆਪ ਨੂੰ ਵਿਕਸਿਤ ਕਰੀਏ, ਗਿਆਨਵਾਨ ਬਣੀਏ। ਜਿਹੜਾ ਕੁਝ ਗਲਤ ਸਾਡੇ ਆਲੇ ਦੁਆਲੇ ਹੋ ਰਿਹਾ ਤਾਂ ਅਸੀਂ ਉਹਦੇ ਤੋਂ ਮੁਕਤ ਹੋ ਸਕਾਂਗੇ। ਬਿਲਕੁਲ ਠੀਕ ਹੈ ਜੀ। ਅਗਲੀ ਗੱਲ ਵੱਲੀ ਜੇ ਮੈਂ ਵਧਾਂ ਤਾਂ ਜੀ ਉਹ ਹੁੰਦਾ ਹੈ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਅਵਤਾਰ ਵਿਖਾਇਆ ਗਿਆ, ਜਿੱਥੇ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਜਨਮ ਬਾਰੇ ਇਹ ਜਿਹੜਾ ਬਹੁਤ ਜ਼ਿਆਦਾ ਸਾਂਝਾਈ ਵਿੱਚ ਵਿਗਾੜ ਪਾਏ ਗਏ ਆ ਵੀ ਉਹ ਅਸੀਂ ਕਲੀਅਰ ਨਹੀਂ ਕਰ ਸਕੇ, ਵਾਰ-ਵਾਰ ਮੋੜ ਘੋੜ ਕੇ ਉਹਨਾਂ ਨੂੰ ਪਿੱਛੇ ਨੂੰ ਲਿਜਾਇਆ ਜਾਂਦਾ ਹੈ। ਜਦੋਂ ਗੁਰੂ ਨਾਨਕ ਦਾ ਜਿਹੜਾ ਅਸਲੀ ਸੱਚ ਦਾ ਕੰਸੈਪਟ ਹੈ, ਜਿਵੇਂ ਅੱਜ ਵੀ ਆਪਾਂ ਵੇਖਦੇ ਹਾਂ ਵੀ ਕਿਤੇ ਤਾਂ ਅਸੀਂ ਆਪਣੇ ਹੱਕਾਂ ਦੇ ਬਾਰੇ ਪੜ੍ਹਨਾ, ਕਿਤੇ ਤਾਂ ਅਸੀਂ ਆਪਣੇ ਚੰਗਿਆਈ ਵੱਲ ਨੂੰ ਸੋਚਣਾ, ਇਕੱਠੇ ਬੈਠ ਕੇ ਜਿਵੇਂ ਸੰਗਤ ਨੂੰ ਮਹਾਨਤਾ ਦਿੱਤੀ ਗਈ, ਚੰਗੇ ਲੋਕਾਂ ਵਿੱਚ ਆਪ ਜੀ ਨੇ ਵੀ ਹੁਣੇ ਗੱਲ ਕੀਤੀ ਕਿ ਉਹਨਾਂ ਨਾਲ ਬੈਠ ਕੇ ਅਸੀਂ ਅਕਲ ਦੀ ਵਰਤੋਂ ਕਰੀਏ। ਪਰ ਜਦੋਂ ਅਸੀਂ ਇਹ ਜਨਮ ਸਾਖੀਆਂ ਇਹਨਾਂ ਦੀ ਸੱਚਾਈ ਨੂੰ ਅੱਗੇ ਲੈ ਕੇ ਆਉਂਦੇ ਹਾਂ ਤੇ ਵਾਰ-ਵਾਰ ਇਹਨਾਂ ਦੇ ਵਿੱਚ ਕੀਤਾ ਵੀ ਕੀ ਗਿਆ ਕਿ ਕਿਤੇ ਰਾਜੇ ਜਨਕ ਨਾਲ, ਕਿਤੇ ਰਾਮਚੰਦਰ ਦੇ ਨਾਲ, ਕਿਤੇ ਰਾਵਣ ਦੇ ਨਾਲ, ਕਿਤੇ ਦੱਤਾਤਰੇय ਦੇ ਨਾਲ ਇਹ ਬਾਬਾ ਨਾਨਕ ਜੀ ਦੀਆਂ ਗੋਸ਼ਟੀਆਂ ਕਰਾਉਂਦੇ ਦਿਖਦੇ ਆ। ਪਿੱਛੇ ਨੂੰ ਹੀ ਗੋਸ਼ਟੀਆਂ ਕਿਉਂ ਕਰਾਉਂਦੇ ਨਜ਼ਰ ਆਉਂਦੇ ਆ? ਇਹ ਕੀ ਵਿਗਿਆਨਕ ਪੱਖ ਤੋਂ ਇਹ ਨਜ਼ਰੀਆ ਠੀਕ ਲੱਗਦਾ? ਇਹਦੇ ਬਾਰੇ ਤੁਸੀਂ ਕੀ ਕਹੋਗੇ? ਇੱਕ ਤਾਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਆਪਾਂ ਅਕਲਮੰਦ ਬਣੀਏ। ਜਦੋਂ ਆਪਾਂ ਗਿਆਨਵਾਨ ਹੋਵਾਂਗੇ, ਸਰਕਾਰ ਦੇ ਵਿੱਚ ਜਿਹੜੇ ਭ੍ਰਿਸ਼ਟ ਲੋਕ ਬੈਠੇ ਨੇ, ਸਾਨੂੰ ਜਿਹੜੇ ਸਾਡੇ ਹੱਕ ਨਹੀਂ ਦਿੰਦੇ, ਸਾਨੂੰ ਵਿੱਦਿਆ ਨਹੀਂ ਦਿੰਦੇ, ਰੁਜ਼ਗਾਰ ਨਹੀਂ ਦਿੰਦੇ ਤੇ ਸਾਰੇ ਲੋਕਾਂ ਨੂੰ ਲੁੱਟ ਕੇ ਖਾ ਰਹੇ ਨੇ, ਆਪ ਐਸ਼ ਪ੍ਰਸਤੀ ਵਾਲਾ ਜੀਵਨ ਜਿਉਂਦੇ ਨੇ ਤੇ ਜੇ ਕਿਤੇ ਕੋਈ ਮੁਸ਼ਕਲ ਆਉਂਦੀ ਹੈ ਇਲਾਜ ਤੱਕ ਵੀ ਵਿਦੇਸ਼ਾਂ 'ਚ ਜਾ ਕੇ ਕਰਵਾਉਂਦੇ ਨੇ ਤੇ ਇੱਥੋਂ ਲੁੱਟੀ ਹੋਈ ਦੌਲਤ ਵੀ ਉਹ ਵਿਦੇਸ਼ਾਂ 'ਚ ਜਾ ਕੇ ਜਮ੍ਹਾਂ ਕਰਵਾ ਦਿੰਦੇ ਨੇ। ਆਪਣੇ ਦੇਸ਼ ਦੇ ਬੈਂਕਾਂ ਦੇ ਉੱਤੇ ਵੀ ਉਹਨਾਂ ਨੂੰ ਇਤਬਾਰ ਨਹੀਂ ਹੈ। ਇਹ ਸਾਰਾ ਕੁਝ ਜਿਹੜਾ ਇਹਨਾਂ ਲੋਕਾਂ ਨੇ ਆਲੇ ਦੁਆਲੇ ਫੈਲਾ ਦਿੱਤਾ ਹੈ
ਤੇ ਜਿਹੜਾ ਜੇ ਸਾਨੂੰ ਆਮ ਇਨਸਾਨ ਨੂੰ ਸਮਝ ਆ ਗਈ, ਵਿੱਦਿਆ ਹਾਸਲ ਕਰ ਲਈ, ਅਸੀਂ ਅਕਲਮੰਦ ਬਣ ਗਏ, ਤਾਂ ਅਸੀਂ ਇਹਨਾਂ ਭ੍ਰਿਸ਼ਟ ਲੋਕਾਂ ਦੇ ਗੁਲਾਮੇ 'ਚ ਹੱਥ ਪਾਵਾਂਗੇ। ਇਹ ਨਹੀਂ ਚਾਹੁੰਦੇ ਕਿ ਇਹ ਆਮ ਲੋਕ ਨੇ ਜਿਹੜੇ ਅਕਲਮੰਦ ਬਣਨ ਤੇ ਕੋਈ ਦੇਸ਼ ਦੇ ਵਿੱਚ ਰਾਜ ਪਲਟਾ ਆਵੇ। ਸਾਡੇ ਭ੍ਰਿਸ਼ਟ ਲੋਕਾਂ ਵਾਸਤੇ, ਡਾਕੂਆਂ ਚੋਰਾਂ ਵਾਸਤੇ, ਜਿਹੜੇ ਦੇਸ਼ ਨੂੰ ਲੁੱਟ ਰਹੇ ਨੇ, ਉਹਨਾਂ ਵਾਸਤੇ ਕੋਈ ਮੁਸ਼ਕਲ ਖੜੀ ਹੋਵੇ। ਇਸੇ ਕਰਕੇ ਉਹਨਾਂ ਨੇ ਆਪ ਤਾਂ ਮਾੜੇ ਕੰਮ ਕਰਨੇ ਹੀ ਕਰਨੇ ਨੇ, ਕਾਨੂੰਨ ਦੇ ਡੰਡੇ ਨਾਲ, ਪੁਲਿਸ ਦੀ ਤਾਕਤ ਨਾਲ ਸਾਨੂੰ ਦਬਾਉਣਾ ਹੀ ਦਬਾਉਣਾ ਹੈ, ਤੇ ਬਾਕੀ ਪਲੋਸ ਕੇ ਪਿਆਰ ਨਾਲ ਧਰਮ ਦਾ ਆਸਰਾ ਲੈ ਕੇ ਸਾਧਾਂ ਡੇਰੇਦਾਰਾਂ ਦੇ ਰਾਹੀਂ ਤੇ ਉਹ ਸਾਨੂੰ ਰੋਜ਼ਾਨਾ ਭਾਈ ਸਿਮਰਨ ਕਰਿਆ ਕਰੋ, ਵਾਹਿਗੁਰੂ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ, ਜੋ ਮੰਗੋਗੇ ਮਹਾਰਾਜ ਉਹੀ ਦੇਣਗੇ। ਇਸ ਤਰ੍ਹਾਂ ਦੇ ਸਿਮਰਨ, ਅਖੰਡ ਪਾਠ, ਲੜੀਆਂ ਤੇ ਹੋਰ ਬਹੁਤ ਕੁਝ ਉਹਨਾਂ ਸਾਧਾਂ ਦੇ ਰਾਹੀਂ ਕਰਵਾਉਂਦੇ ਨੇ ਤੇ ਸਾਨੂੰ ਇੱਕ ਤਰ੍ਹਾਂ ਦਾ ਹਿਪਨੋਟਾਈਜ਼ ਕਰ ਦਿੱਤਾ ਹੋਇਆ। ਸਾਨੂੰ ਲੱਗਣ ਲੱਗ ਪਿਆ ਕਿ ਇਸ ਜਨਮ ਦੇ ਵਿੱਚ ਜੇ ਕੁਝ ਨਾ ਵੀ ਮਿਲਿਆ ਤਾਂ ਅਗਲਾ ਜਨਮ ਤਾਂ ਆਪਾਂ ਸਮਾਰੇ ਲਈਏ ਨਾ ਫਿਰ। ਤਾਂ ਇਸੇ ਤਰ੍ਹਾਂ ਇਹ ਜਿਹੜੀ ਸਾਨੂੰ ਸਜ਼ਾ ਮਿਲ ਰਹੀ ਹੈ ਅੱਜ ਗਰੀਬੀ 'ਚ ਜਾਂ ਹੋਰ ਮੁਸ਼ਕਲਾਂ ਦੇ ਵਿੱਚ ਆਪਾਂ ਘਿਰੇ ਹੋਏ ਆ, ਇਹ ਸਾਧਾਂ ਸੰਤਾਂ ਦੇ ਰਾਹੀਂ ਸਾਡੇ ਦਿਮਾਗ 'ਚ ਪਾਇਆ ਜਾਂਦਾ ਹੈ। ਇਹ ਤੁਸੀਂ ਭਾਈ ਪਿਛਲੇ ਜਨਮ 'ਚ ਕੋਈ ਪਾਪ ਕੀਤੇ ਸੀ, ਦਾਨ ਪੁੰਨ ਨਹੀਂ ਕੀਤਾ, ਤਾਂ ਤੁਹਾਨੂੰ ਇਹ ਦੁੱਖ ਭੋਗਣੇ ਪੈ ਰਹੇ ਨੇ, ਤੇ ਅਸੀਂ ਨੀਵੀਂ ਪਾ ਕੇ ਸੱਚ ਮੰਨ ਲੈਨੇ ਆ ਕਿ ਇਹ ਵਾਕਈ ਹੋਰ ਤਾਂ ਸੀ ਕੋਈ ਮਾੜਾ ਕੰਮ ਨਹੀਂ ਕੀਤਾ, ਫਿਰ ਪਿਛਲੇ ਜਨਮਾਂ ਦੀ ਹੋ ਸਕਦਾ ਹੈ। ਸੋ ਇਹ ਜਿਹੜਾ ਪੁਰਾਤਨਤਾ ਦੀਆਂ ਕਹਾਣੀਆਂ ਨੇ, ਉਹਦਾ ਪਾਉਣ ਦਾ ਕਾਰਨ ਇਹ ਹੈ ਕਿ ਭਵਿੱਖ ਬਾਰੇ ਸੋਚਣ ਯੋਗੇ ਇਹ ਕਿਤੇ ਨਾ ਹੋ ਜਾਣ। ਤੇ ਇੱਥੇ ਗੁਰੂ ਨਾਨਕ ਸਾਹਿਬ ਨੂੰ ਵੀ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਰਾਜੇ ਜਨਕ ਨਾਲ ਗੋਸ਼ਟਾਂ ਕਰਾਉਂਦਿਆਂ ਲੰਮਾ ਸਮਾਂ ਬਿਤਾ ਦਿੱਤਾ, ਤੇ ਇਸੇ ਤਰ੍ਹਾਂ ਰਾਮਚੰਦਰ ਦੇ ਨਾਲ ਵੀ ਗੋਸ਼ਟਾਂ ਕਰਵਾ ਦਿੱਤੀਆਂ, ਰਾਵਣ ਦੇ ਨਾਲ ਵੀ ਗੋਸ਼ਟਾਂ ਗੁਰੂ ਨਾਨਕ ਦੀਆਂ ਕਰਵਾ ਦਿੱਤੀਆਂ, ਭਵੀਖਣ ਦੇ ਨਾਲ, ਧਰੂ ਭਗਤ ਦੇ ਨਾਲ, ਪ੍ਰਹਲਾਦ ਦੇ ਨਾਲ, ਦੱਤਾਤਰੇय ਦੇ ਨਾਲ, ਕਿੰਨੇ ਸਾਰੇ ਲੋਕਾਂ ਨਾਲ ਜਿਹੜੇ ਕਿ ਮਨੋਕਲਪਤ ਨੇ, ਪੁਰਾਣਕ ਕਹਾਣੀਆਂ ਦੇ ਵਿੱਚ ਨੇ, ਅਸਲੀਅਤ ਹੈ ਕਿ ਨਹੀਂ ਹੈ ਕੋਈ ਗਰੰਟੀ ਨਹੀਂ ਹੈ, ਤੇ ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀਆਂ ਲੰਮੀਆਂ ਗੋਸ਼ਟਾਂ ਕਰਵਾ ਦਿੱਤੀਆਂ ਕੇਵਲ ਸਾਨੂੰ ਉਲਝਾਉਣ ਵਾਸਤੇ, ਤੇ ਅਸੀਂ ਪੁਰਾਤਨਤਾ ਨੂੰ ਚਿਮੜੇ ਰਹੀਏ, ਭਵਿੱਖ ਬਾਰੇ ਸਾਡੀ ਸੋਚ ਵਿਕਸਿਤ ਨਾ ਹੋ ਸਕੇ। ਇਹ ਪੁਜਾਰੀ ਦੀ ਅਤੇ ਰਾਜਨੇਤਾ ਦੀ ਦੋਵਾਂ ਦੀ ਸਾਂਝ ਭਿਆਲੀ ਦੇ ਨਾਲ ਸਾਨੂੰ ਇਸ ਤਰ੍ਹਾਂ ਦੇ ਬਣਾ ਦਿੱਤਾ ਗਿਆ। ਬਿਲਕੁਲ ਜੀ, ਮੈਂ ਕਈ ਵਾਰੀ ਸਰੋਤਿਆਂ ਨਾਲ ਇਹ ਗੱਲਬਾਤ ਕਰਦਾ ਹੁੰਨਾ ਆਪਣੇ ਪੱਧਰ ਦੇ ਉੱਤੇ ਵੀ ਜਿਹੜੀਆਂ ਵਾਲਮੀਕੀ ਸਾਖੀਆਂ ਨਾ, ਇਹ ਤਾਂ ਸ਼ਬਦ ਆਪਣੇ ਆਪ ਦੇ ਵਿੱਚ ਹੀ ਕਲੀਅਰ ਸੀਗਾ ਕਿ ਬੱਚਿਆਂ ਦੇ ਰੁਝਾਨ ਦੀਆਂ ਸਾਖੀਆਂ। ਮੀਕ ਦਾ ਤਾਂ ਅਸੀਂ ਜਦੋਂ ਬਾਲਮੀਕ ਦੀ ਗੱਲ ਕਰਦੇ ਆਂ ਵੀ ਜਿਹੜਾ ਨਿਆਣਿਆਂ ਨੂੰ ਰੁਚੀ ਲਾ ਕੇ ਟਕਟਕੀ ਲਗਾ ਕੇ ਦੇਖਣ ਦੇ ਵਿੱਚ ਚੰਗਾ ਲੱਗੇ, ਬੜਾ ਰੌਚਕ ਲੱਗੇ, ਕਿਤੇ ਨਾ ਕਿਤੇ ਉਹ ਸਾਡੇ ਵਿੱਚ ਸਾਹਿਤ ਬਣਾ ਕੇ ਸਾਡੇ ਸਿਰ ਮੜਿਆ ਗਿਆ। ਬਾਅਦ ਵਿੱਚ ਉਹਨੂੰ ਕਿਤੇ ਨਾ ਕਿਤੇ ਹੋਰ ਲੋਕਾਂ ਦੇ ਰਾਹੀਂ ਉਹਨੂੰ ਨਵੇਂ ਰੂਪ ਦੇ ਵਿੱਚ, ਕਿਉਂਕਿ ਆਪਾਂ ਦੇਖਦੇ ਹਾਂ ਕਿ ਇਹਨਾਂ ਨੂੰ ਬਾਅਦ ਵਿੱਚ ਭਗਵਾਨ ਬਣਾ ਕੇ ਸਾਡੇ ਸਿਰ ਮੜਿਆ ਗਿਆ। ਚਲੋ ਇਹ ਵੀ ਇੱਕ ਅਲੱਗ ਵਿਸ਼ਾ, ਕਿਉਂਕਿ ਆਪਾਂ ਇੱਥੇ ਵਿਸ਼ੇਸ਼ ਤੌਰ ਤੇ ਗੱਲ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਸੱਚ ਦੀ ਕਰ ਰਹੇ ਹਾਂ, ਤੇ ਆਪਾਂ ਇਹ ਝੂਠੀਆਂ ਸਾਖੀਆਂ ਜਿਹੜੀਆਂ ਕਿ ਸਾਡੇ ਗਲ ਪਾਈਆਂ ਹੋਈਆਂ, ਇਹਨਾਂ ਦਾ ਖਹਿੜਾ ਛੱਡ ਸਕੀਏ ਜਾਂ ਇਹਨਾਂ ਨੂੰ ਉਲਾਮੇ ਕਰਕੇ ਅਸੀਂ ਵਿਸ਼ੇਸ਼ ਤੌਰ ਤੇ ਬਾਣੀ ਤੋਂ ਕੋਈ ਚੰਗੀ ਸੇਧ ਲੈ ਕੇ, ਬਾਬਾ ਨਾਨਕ ਦੀ ਰਾਏ ਲੈ ਕੇ ਅਸੀਂ ਵਾਧੇ ਹੋਏ ਜਿਹੜਾ ਰੌਸ਼ਨ ਦਿਮਾਗ ਨੇ ਜਾਂ ਸੋਹਣਾ ਸਮਾਜ ਹੈ ਉਹਦੀ ਸਿਰਜਣਾ ਕਰ ਸਕੀਏ, ਅਸੀਂ ਇਹਦੇ ਵੱਲ ਨੂੰ ਵੱਧਦੇ ਹਾਂ। ਅਸੀਂ ਵੇਖਦੇ ਹਾਂ ਕਿ ਗੁਰਬਾਣੀ ਦੇ ਵਿੱਚ ਹੁਣ ਆਮ ਗੱਲ ਆ ਜਾਂਦੀ ਹੈ ਸਹਿਜ, ਅਖੇ ਤੁਹਾਡੇ 'ਚ ਤਾਂ ਸਹਿਜ ਹੀ ਨਹੀਂ ਹੈਗਾ, ਜਦੋਂ ਤੁਸੀਂ ਸਿਮਰਨ ਕਰੋਗੇ ਸਹਿਜ ਆ ਜਾਏਗਾ। ਏਦਾਂ ਦੀ ਸਾਖੀ ਜਿਹੜੀ ਇੱਕ ਇਹਦੇ ਵਿੱਚ ਵੀ ਹੈ ਜਨਮ ਸਾਖੀ ਦੇ ਵਿੱਚ, ਜਿਹੜੀ ਕਿ ਬਾਅਦ ਵਿੱਚ ਕੱਢ ਦਿੱਤੀ ਗਈ ਹੈ, ਉਹ ਹੈ ਮਾਤਾ ਮਝੌਤ ਦੀ ਸਾਖੀ। ਉਹਦੇ ਵਿੱਚ ਸਹਿਜ ਤੇ ਕੁਸਹਿਜ ਵਾਲੀ ਗੱਲ ਆਈ ਹੈ, ਤੇ ਇਹ ਪਹਿਲਾਂ ਮੌਜੂਦ ਸੀ ਤੇ ਬਾਅਦ ਵਿੱਚ ਕੱਢ ਦਿੱਤੀ ਗਈ। ਇਹਦਾ ਕੀ ਕਾਰਨ ਹੈ ਜੀ? ਤੁਸੀਂ ਇਹ ਸਹਿਜ ਕੁਸਹਿਜ ਤੇ ਜਨਮ ਸਾਖੀ ਇਹਦੇ ਵਿੱਚੋਂ ਕੱਢਣ ਦੀ ਜਿਹੜੀ ਮਝੌਤ ਵਾਲੀ ਸਾਖੀ ਹੈ, ਉਹਦੇ ਪੱਖ ਤੋਂ ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਸਰਦਾਰ ਕੁਲਵੀਰ ਸਿੰਘ ਕੌੜਾ ਨੇ ਤੇ ਸਿੱਖ ਵੀ ਨਿਕਲਿਆ ਗਿਆ ਕਿਤਾਬ ਦੇ ਵਿੱਚ ਬਕਾਇਦਾ ਹਵਾਲਾ ਦਿੱਤਾ ਹੋਇਆ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਇਸ ਬਾਲੇ ਵਾਲੀ ਜਨਮ ਸਾਖੀ ਦਾ ਉਹ ਖਰੜਾ ਮੌਜੂਦ ਪਿਆ। ਉਹਨੇ ਸਾਰੇ ਨੰਬਰ ਵੀ ਦਿੱਤੇ ਹੋਏ ਨੇ ਕਿਤਾਬ ਦੇ ਵਿੱਚ ਕਿ ਇੰਨਾ ਉਹਦਾ ਨੰਬਰ ਹੈ, ਜਿਹਨੂੰ ਸ਼ੱਕ ਹੋਵੇ ਦੇਖ ਲਵੇ। ਉਸ ਜਨਮ ਸਾਖੀ ਜਿਹੜੀ ਬਾਲੇ ਵਾਲੀ ਹੈ, ਆਹ ਜਿਹੜੀ ਸਹਿਜ ਕੁਸਹਿਜ ਵਾਲੀ ਗੱਲ ਆਉਂਦੀ ਹੈ, ਮਾਤਾ ਮਝੌਤ ਵਾਲੀ ਗੱਲ ਆਉਂਦੀ ਹੈ, ਉਸ ਸਾਖੀ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਨੂੰ ਬਲਾਤਕਾਰੀ ਸਿੱਧ ਕੀਤਾ ਗਿਆ ਹੈ ਜੀ, ਤੇ ਉਹਨੂੰ
ਉਹਦੇ ਸੇਵਕ ਨੇ, ਗੁਰੂ ਨਾਨਕ ਸਾਹਿਬ ਦੇ ਸੇਵਕ ਨੇ ਆਪਣੀ ਲੜਕੀ ਗੁਰੂ ਨਾਨਕ ਸਾਹਿਬ ਕੋਲੇ ਪੇਸ਼ ਕੀਤੀ। ਇਹ ਉਹਨਾਂ ਨੇ ਕੂੜ ਕੁਫਰ ਤੋਲਿਆ, ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ। ਪਹਿਲਾਂ ਕਾਫੀ ਦੇਰ ਤੱਕ ਇਹ ਸਾਖੀ ਚੱਲਦੀ ਗਈ, ਲੋਕਾਂ ਨੇ ਅੱਖਾਂ ਨਹੀਂ ਖੋਲੀਆਂ ਤੇ ਹੌਲੀ ਹੌਲੀ ਜਦੋਂ ਕੁਝ ਲੋਕਾਂ ਨੇ ਵਿਰੋਧ ਕੀਤਾ ਤੇ ਸਮਾਂ ਪਾ ਕੇ ਇਸ ਸਾਖੀ ਨੂੰ ਛਪਾਈ ਵਾਲੀਆਂ ਕਿਤਾਬਾਂ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਅਸੀਂ ਅਜੇ ਵੀ ਅੱਖਾਂ ਮੀਟੀ ਬੈਠੇ ਹਾਂ ਤੇ ਗੁਰੂ ਨਾਨਕ ਸਾਹਿਬ ਨੂੰ ਇੰਨੇ ਮੰਦੇ ਕੰਮਾਂ ਕਰਨ ਵਾਲਾ ਵੀ ਸਿੱਧ ਕਰ ਦਿੱਤਾ ਇਹਨਾਂ ਸਾਖੀਆਂ ਦੇ ਵਿੱਚ। ਫਿਰ ਵੀ ਸਿੱਖਾਂ ਦੀ ਰਗਾਂ ਦੇ ਵਿੱਚ ਖੂਨ ਨਹੀਂ ਖੌਲਿਆ ਤੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਕਾਰਨ, ਮਾਮੂਲੀ ਕਾਰਨਾਂ ਦੇ ਕਰਕੇ ਸਾਨੂੰ, ਤੁਹਾਨੂੰ, ਭਰਾਵਾਂ ਨੂੰ, ਇੱਕ ਦੂਜੇ ਨੂੰ ਵੀ ਤੁਸੀਂ ਆਲੋਚਨਾ ਕਰਦੇ ਹੋ, ਤੁਸੀਂ ਨਿੰਦਿਆ ਕਰਦੇ ਹੋ। ਇਹ ਜਿਹੜੇ ਮੰਡਾਸੇ ਮਾਰੀ ਫਿਰਦੇ ਨੇ ਸਿਰਾਂ ਦੇ ਉੱਤੇ, ਆਪਣੇ ਆਪ ਨੂੰ ਸਿੱਖ ਖਵਾਉਂਦੇ ਨੇ, ਉਹ ਮਾਰਨ ਕੁੱਟਣ ਪੈਂਦੇ ਨੇ, ਗੋਲੀਆਂ ਚਲਾਉਂਦੇ ਨੇ, ਦਾੜੀਆਂ ਪੁੱਟਦੇ ਨੇ, ਪੱਗਾਂ ਲਾਉਂਦੇ ਨੇ, ਮੁਜ਼ਾਹਰੇ ਕਰਦੇ ਨੇ। ਪਰ ਇਹ ਜਿਹੜਾ ਕੂੜ ਕਬਾੜ ਸਾਡੇ ਅਖੌਤੀ ਸਾਖੀਆਂ ਦੇ ਵਿੱਚ, ਅਖੌਤੀ ਇਤਿਹਾਸ ਦੇ ਵਿੱਚ ਜੋ ਭਰਿਆ ਪਿਆ, ਉਧਰ ਇਹਨਾਂ ਦੀ ਕਦੀ ਨਜ਼ਰ ਨਹੀਂ ਜਾਂਦੀ। ਜਿਸ ਗੁਰੂ ਸਾਹਿਬਾਨ ਦਾ ਪੁੱਜ ਕੇ ਅਪਮਾਨ ਕੀਤਾ ਗਿਆ ਉਹ ਇਹਨਾਂ ਨੂੰ ਕਦੀ ਨਜ਼ਰ ਨਹੀਂ ਆਉਂਦਾ। ਬਸ ਇਹਨਾਂ ਨੂੰ ਆਪਣੀ ਇਨਕਮ ਨਜ਼ਰ ਆਉਂਦੀ ਹੈ। ਆਪਣੇ ਜਿਹੜੇ ਇਹਨਾਂ ਦੇ ਮਹਾਂਪੁਰਖ ਨੇ, ਜਿਨ੍ਹਾਂ ਨੇ ਗੱਦੀ ਚਲਾਈ ਹੈ, ਜਿਹੜੇ ਗੱਦੀ ਤੇ ਬੈਠੇ ਨੇ, ਇਹਨਾਂ ਨੂੰ ਉਹਨਾਂ ਦੀ ਪੂਜਾ, ਉਹਨਾਂ ਦੀ ਪ੍ਰਸ਼ੰਸਾ ਚੰਗੀ ਲੱਗਦੀ ਹੈ। ਗੁਰੂ ਸਾਹਿਬ ਨਾਲ ਜੋ ਮਰਜ਼ੀ ਬੀਤਦਾ ਰਵੇ, ਜੋ ਮਰਜ਼ੀ ਇਲਜ਼ਾਮ ਲੱਗਦੇ ਰਹਿਣ, ਇਹਨਾਂ ਦਾ ਅੰਦਰ ਕਦੇ ਵੀ ਮਰੀ ਆਤਮਾ ਨਹੀਂ ਜਾਗਦੀ। ਜੀ, ਇਹ ਆਪਾਂ ਸਹਿਜ ਤੇ ਕੁਸਹਿਜ ਦੀ ਵੀ ਗੱਲ ਕਰ ਰਹੇ ਸੀ। ਮੈਨੂੰ ਲੱਗਦਾ ਇਸ ਤੋਂ ਵੱਡਾ ਕੁਸਹਿਜ ਕਿਹੜਾ ਹੋ ਸਕਦਾ ਜਦੋਂ ਸਾਡੇ ਜਿਹੜੇ ਆਗੂ ਨੇ, ਗੁਰਬਾਣੀ ਨੇ ਜਿਵੇਂ ਕਿਹਾ, ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣਾ। ਜਦੋਂ ਸਾਡੇ ਆਗੂ ਹੀ ਅੰਨੇ ਹੋ ਚੁੱਕੇ ਆ ਤੇ ਅਸੀਂ ਇਹਨਾਂ ਤੋਂ ਕਿਹੜੀ ਆਸ ਕਰ ਸਕਦੇ ਹਾਂ। ਚਲੋ ਅਜਿਹਾ ਮੌਕਾ ਵੀ ਸਾਡੇ ਜਾਗਣ ਨਾਲ ਹੀ ਬਣੇਗਾ ਜਦੋਂ ਅਸੀਂ ਇਹਨਾਂ ਤੋਂ ਸਵਾਲਾਤ ਕਰਨੇ ਸ਼ੁਰੂ ਕਰਾਂਗੇ। ਸਾਡੇ ਅਖੌਤੀ ਕਥਾਵਾਚਕ ਜਿਹੜੇ ਕਿ ਪੈਸਾ ਬਟੋਰਨ ਦੇ ਲਈ ਆਪਣੇ ਦੋ ਜਿਹੜੇ ਨੇ ਉਹ ਤਰੀਕਾਂ ਨੂੰ ਵੀ ਉਹ ਕਹਿੰਦੇ ਅਸੀਂ ਕੀ ਲੈਣਾ। ਆਪਾਂ ਦੇਖਦੇ ਹਾਂ ਵੱਡੇ ਵੱਡੇ ਆਪਣੇ ਬੈਨਰ ਛਪਵਾ ਕੇ ਜਿਹੜੇ ਖੁਸ਼ ਹੁੰਦੇ ਆ, ਉਹਨਾਂ ਤੋਂ ਵੀ ਕਿਤੇ ਸਾਡੇ ਸਵਾਲ ਸਾਨੂੰ ਰੱਖਣ ਦੀ ਆਦਤ ਪਵੇ, ਕਿਉਂਕਿ ਉਹਨਾਂ ਦਾ ਵੀ ਇੱਕ ਧੰਦਾ ਬਣ ਚੁੱਕਿਆ। ਉਹ ਤਾਂ ਕਹਿੰਦੇ ਆ ਵੀ ਭਾਵੇਂ ਦੋਵੇਂ ਮਨਾ ਲਈਏ ਦਿਵਸ, ਜਿੱਥੇ ਆਪਾਂ ਤਰੀਕ ਦੀ ਗੱਲ ਕੀਤੀ ਹੈ, ਨਵੰਬਰ 'ਚ ਮਨਾਇਆ ਜਾਏ ਜਾਂ ਵਿਸਾਖੀ ਨੂੰ ਮਨਾਇਆ ਜਾਏ, ਸਾਡਾ ਤਾਂ ਧੰਦਾ, ਸਾਨੂੰ ਤਾਂ 4 ਪੈਸੇ ਆਉਣੇ ਆ। ਆਪ ਵਿਸ਼ੇਸ਼ ਤੌਰ ਤੇ ਉੱਤੇ ਲਿਖਿਆ ਹੁੰਦਾ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਤੇ ਉਹ ਮਹੀਨਾ ਕਿਹੜਾ ਚੱਲ ਰਿਹਾ ਹੁੰਦਾ, ਅਸੀਂ ਉਦੋਂ ਕਹਿੰਦੇ ਨਹੀਂ ਅਸੀਂ ਗੱਲ ਤਾਂ ਸੱਚ ਦੀ ਕਰਦੇ ਹਾਂ, ਅਜਿਹੀਆਂ ਗੱਲਾਂ ਕਰਦੇ ਨਜ਼ਰੀ ਆਉਂਦੇ ਆ। ਅਜਿਹਿਆਂ ਤੋਂ ਸਾਵਧਾਨ ਹੋ ਕੇ ਜਿਹੜੇ ਧੰਦਾ, ਕਿਉਂਕਿ ਧਰਮ ਨੂੰ ਧੰਦਾ ਬਣਾਉਣ ਵਾਲਾ ਬੰਦਾ ਹਮੇਸ਼ਾ ਸਾਡੇ ਲਈ ਖਤਰਨਾਕ ਹੀ ਹੋਏਗਾ। ਆਪ ਜੀ ਨੇ ਆਪਣਾ ਵਕਤ ਵੀ ਜਿਹੜਾ ਸਾਨੂੰ ਦਿੱਤਾ ਹੈ ਜੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਦੇ ਰਵਾਂਗੇ ਜਨਮ ਸਾਖੀਆਂ ਦੀ ਪੜਚੋਲ ਦੇ ਇਸ ਪ੍ਰੋਗਰਾਮ ਦੇ ਰਾਹੀਂ, ਮਾਧਿਅਮ ਰਾਹੀਂ। ਜਿਹੜੇ ਕੁਝ ਵੀਰ, ਜਿਹੜੀ ਸੰਗਤ ਹੈ, ਉਹ ਇਹਨਾਂ ਸਵਾਲਾਂ ਨੂੰ ਸੁਣਦੀ ਵੀ ਹੈ ਔਰ ਘੱਗਾ ਜੀ ਦੇ ਦਿੱਤੇ ਹੋਏ ਬਹੁਤ ਵਧੀਆ ਜਿਹੜੇ ਗੁਰਮਤ ਦੇ ਅਨੁਸਾਰੀ ਉੱਤਰ ਨੇ, ਸਮਝ ਦੇ ਦੁਆਰਾ ਚੰਗੀ ਜਿਹੜੀ ਉਹਨਾਂ ਦੀ ਸਮਝ ਹੈਗੀ ਹੈ, ਕਿਉਂਕਿ ਉਹ ਸੱਚ ਨੂੰ ਅੱਗੇ ਰੱਖ ਕੇ ਸਾਡੀ ਜਿਹੜੀ ਪੜਚੋਲ ਰਹਿੰਦੀ ਹੈ ਉਹਨਾਂ ਨੇ ਸਾਡੇ ਸਾਹਮਣੇ ਲਿਆਂਦੀ ਹੋਈ ਹੈ। ਸਾਡਾ ਮੇਨ ਮੋਟਿਵ ਇਹ ਰਹਿੰਦਾ ਹੈ ਕਿ ਅਸੀਂ ਜਾਗੀਏ ਔਰ ਜਾ ਕੇ ਆਪਣੇ ਸਵਾਲ ਜਿੱਥੇ ਕਰਨ ਦਾ ਹੱਕ ਬਣਦਾ ਉੱਥੇ ਅਗਲੇ ਦੀ ਬਾਂਹ ਫੜੀਏ। ਜਿਵੇਂ ਬਾਬਾ ਨਾਨਕ ਨੇ ਅਸੀਂ ਵੇਖਿਆ ਕਿ ਬਾਂਹ ਫੜ ਲਈ ਕਿ ਭਾਈ ਜਨੇਊ ਕਿਉਂ, ਇਹ ਕਿਉਂ। ਅਸੀਂ ਬਹੁਤ ਸਾਰੀਆਂ ਸਾਖੀਆਂ ਉਥਾਨਿਕਾ ਦੇ ਰੂਪ ਵਿੱਚ ਵੀ ਪੜ੍ਹਦੇ ਹਾਂ ਤੇ ਸਾਨੂੰ ਵੀ ਇਹ ਲੋੜ ਹੈ ਕਿ ਅਸੀਂ ਚੰਗੇ ਤਰੀਕੇ ਦੇ ਨਾਲ ਗੁਰਬਾਣੀ ਨੂੰ ਸੇਧ ਬਣਾ ਕੇ ਅਸੀਂ ਆਪਣੀ ਜਿਹੜੀ ਹਿਸਟਰੀ ਆ ਉਹ ਕੱਲ ਦੇ ਲਈ ਕੋਈ ਚੰਗੀ ਕ੍ਰੀਏਟ ਕਰ ਸਕੀਏ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਬਾਪੂ ਜੀ, ਆਪ ਜੀ ਨੇ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ। ਅਸੀਂ ਅਗਲੇ ਕੁਝ ਸਵਾਲਾਂ ਦੇ ਨਾਲ ਜਨਮ ਸਾਖੀਆਂ ਦੇ ਵਿੱਚੋਂ ਤੁਹਾਨੂੰ ਸਵਾਲ ਕਰਾਂਗੇ। ਔਰ ਅੱਜ ਦਾ ਇਹ ਸਮਾਂ ਦੇਣ ਲਈ ਮੈਂ ਇੱਕ ਵਾਰ ਫਿਰ ਤੋਂ ਸੰਗਤਾਂ ਦਾ ਵੀ ਧੰਨਵਾਦ ਕਰਦਾ। ਔਰ ਮੈਂ ਸਤਬੀਰ ਸਿੰਘ ਡੋਡ ਆਪ ਜੀ ਦੇ ਖਿਦਮਤ ਦੇ ਵਿੱਚ ਫਿਰ, ਜਾਂ ਵੀਰ ਮਨਜੋਤ ਸਿੰਘ ਜੀ ਦੇ ਰਾਹੀਂ ਇਹ ਪ੍ਰੋਗਰਾਮ ਜਿਹੜਾ ਅੱਗੇ ਲਿਆਂਦਾ ਜਾਏਗਾ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।